सतगुरु गुरु तेग बहादुर महाराज जी ने ਅੱਜ ਦੇ ਇਸ ਸ਼ਲੋਕ ਵਿੱਚ ਜੋ ਸਾਨੂੰ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੱਤਾ ਹੈ, ਇਸ ਵਿੱਚ ਹਜ਼ੂਰ ਨੇ ਪਹਿਲਾ ਬਚਨ ਕਿਹਾ ਹੈ, ਗਰਭ ਕਰਤ ਹੈ ਦੇਹ ਕੋ। ਗਰਭ ਦਾ ਅਰਥ ਹੰਕਾਰ, ਦੇਹ ਦਾ ਅਰਥ ਹੈ ਸ਼ਰੀਰ ਕਾਇਆ। ਹਜ਼ੂਰ ਕਹਿੰਦੇ ਨੇ ਇਸ ਸ਼ਰੀਰ ਦਾ ਹੰਕਾਰ ਕਰਦਾ ਹੈ ਇਨਸਾਨ, ਪਰ ਇਸ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਬਿਨ ਸੈ ਛਿਨ ਮੈਂ ਮੀਤ। ਐ ਮਿੱਤਰ, ਜਿਸ ਤਨ ਦਾ ਜਿਸ ਕਾਇਆ ਦਾ ਅਹੰਕਾਰ ਕਰ ਰਿਹਾ ਹੈ, ਇਸ ਕਾਇਆ ਨੇ ਬਿਨਸ ਜਾਣਾ, ਨਾਸ਼ ਹੋ ਜਾਣਾ, ਇਹਦਾ ਵਜੂਦ ਖਤਮ ਹੋ ਜਾਏਗਾ। ਕਿੰਨਾ ਟਾਈਮ ਲੱਗੇਗਾ? ਮਹਾਰਾਜ ਕਹਿੰਦੇ ਸਿਰਫ ਇੱਕ ਖਿਣ, ਅੱਖ ਝਮਕਣ ਦੀ ਦੇਰ 'ਚ ਜਿਸ ਬੋਡੀ ਦਾ ਤੂੰ ਹੰਕਾਰ ਕਰ ਰਿਹਾ ਹੈ, ਇਹਨੇ ਅੱਖ ਝਮਕਣ ਵਿੱਚ ਨਾਸ਼ ਹੋ ਜਾਣਾ। ਗਰਭ ਕਰਤ ਹੈ ਦੇਹ ਕੋ, ਬਿਨਸੈ ਛਿਨਮੈ ਮੀਤ। ਤੇ ਅੱਗੇ ਫਿਰ ਸਾਨੂੰ ਇੱਕ ਤਰਵਾਸ ਦਿੱਤਾ, ਹੰਕਾਰ ਕਰਨ ਦੀ ਥਾਂ ਜਿਨ੍ਹਾਂ ਇਨਸਾਨਾਂ ਨੇ ਇਨਸਾਨੀ ਜਾਮੇ ਦਾ ਭਰਪੂਰ ਲਾਭ ਉਠਾਇਆ, ਇਸ ਵਕਤ ਨੂੰ ਮੁਕੰਮਲ ਤੌਰ ਤੇ ਪੂਰਨ ਤੌਰ ਤੇ ਉਹਨਾਂ ਨੇ ਰੂਹਾਨੀਅਤ ਵਿੱਚ ਇਸ ਦੀ ਵਰਤੋਂ ਕੀਤੀ। ਉਹਨਾਂ ਬਾਰੇ ਮਹਾਰਾਜ ਕਹਿੰਦੇ, ਜੇ ਪ੍ਰਾਨੀ ਹਰ ਜਸ ਕਹਿਓ। ਜਿਸ ਪ੍ਰਾਣੀ ਨੇ, ਜਿਸ ਇਨਸਾਨ ਨੇ ਹਰੀ ਯਸ਼ ਪਰਮਾਤਮਾ ਦਾ ਜਸ ਕਿਹਾ, ਉਹਦੀ ਸਿਫਤ ਕੀਤੀ, ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਉਹਨਾਂ ਨੇ ਹਰੀ ਜਸ ਕਹਿ ਕੇ, ਹਰੀ ਯਸ ਕਰ ਕਰਕੇ ਇਸ ਜਗਤ ਨੂੰ ਜਿੱਤ ਲਿਆ ਹੈ। ਪਰ ਉਹਨਾਂ ਨੇ, ਜਿਨ੍ਹਾਂ ਨੇ ਹਰੀ ਜਸ ਕਿਹਾ, ਹਜ਼ੂਰ ਫਰਮਾਉਂਦੇ ਨੇ ਗਰਭ ਕਰਤ ਹੈ ਦੇਹ ਕੋ। ਮੈਂ ਥੋੜ੍ਹੇ ਜਿਹੇ ਅਰਥ ਫਿਰ ਦੁਹਰਾ ਦੇਵਾਂ। ਹੰਕਾਰ ਕਰਦਾ ਹੈ ਇਸ ਜਿਸਮ ਦਾ, ਪਰ ਜਿਸ ਨੇ ਬਿਨਸੈ ਛਿਨਮੈ ਮੀਤ, ਅੱਖ ਝਮਕਣ ਦੀ ਦੇਰ ਵਿੱਚ ਇਹਨੇ ਖਿੰਨ ਵਿੱਚ ਬਿਨਸ ਜਾਣਾ। ਮੇਰੇ ਮਿੱਤਰ, ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ। ਜਿਸ ਮਨੁੱਖ ਨੇ ਹਰੀ ਦਾ ਜਸ ਕਿਹਾ, ਹਜ਼ੂਰ ਕਹਿੰਦੇ ਨੇ ਉਹਨੇ ਜਗਤ ਨੂੰ ਜਿੱਤ ਲਿਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਹਰ ਰੋਜ਼ ਨਾਸ਼ਮਾਨਤਾ ਦੀ ਗੱਲ ਕਰ ਰਹੇ ਨੇ। ਜਿਵੇਂ ਕੱਲ ਵੀ ਅਸੀਂ ਪੜ੍ਹਿਆ, ਝੂਠੈ ਮਾਨ ਕਹਾਂ ਕਰੈ ਜਗ ਸੁਪਨੇ ਜੋ ਜਾਨ, ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਤੇ ਅੱਜ ਵੀ ਸਤਿਗੁਰੂ ਉਸ ਨਾਸ਼ਵਾਨਤਾ ਦੀ ਜ਼ਿਕਰ ਕਰ ਰਹੇ ਨੇ। ਇਹ ਸਰੀਰ ਇੱਕ ਖਿੰਨ ਦੇ ਵਿੱਚ ਬਿਨਸ ਜਾਣਾ ਹੈ। ਅਸੀਂ ਇੱਕ ਪੱਖ ਤਾਂ ਇਸ ਦਾ ਲਾਂਗੇ ਗੁਰਬਾਣੀ ਵਿੱਚੋਂ ਕਿ ਇਹ ਜਿਹੜਾ ਸਰੀਰ ਹੈ, ਇਸ ਦਾ ਹੰਕਾਰ ਬੰਦਾ ਕਿਸ ਕਿਸ ਰੂਪ ਵਿੱਚ ਜਾਂ ਕਿਵੇਂ ਦਾ ਹੰਕਾਰ ਕਰਦਾ ਹੈ। ਦੇਖੋ, ਇੱਕ ਹੈ ਸਰੀਰਕ ਸੁੰਦਰਤਾ ਕਰਕੇ ਵੀ। ਜਦੋਂ ਬੰਦੇ ਕੋਲ ਚਮੜੀ ਦੇ ਤੌਰ ਤੇ ਸੁਹੱਪਣ ਹੋਵੇ ਤੇ ਉਸ ਦੇ ਅੰਦਰ ਇਹ ਹੰਕਾਰ ਆ ਹੀ ਜਾਂਦਾ ਹੈ ਕਿ ਮੇਰਾ ਤਨ ਬਹੁਤ ਸੋਹਣਾ ਹੈ, ਮੇਰੇ ਤੋਂ ਵੱਧ ਹੁਸਨ ਕਿਸੇ ਕੋਲ ਨਹੀਂ। ਉਹ ਭਾਵੇਂ ਪਰਮਾਤਮਾ ਮਾਨਵੀ ਮਰਦ ਦਾ ਸਰੀਰ ਦੇਵੇ, ਭਾਵੇਂ ਉਹ ਇਸਤਰੀ ਦਾ ਸਰੀਰ ਹੋਵੇ। ਤੇ ਇਸ ਸੰਸਾਰ ਤੇ ਅੱਜ ਜੇ ਸਭ ਤੋਂ ਜ਼ਿਆਦਾ ਵਿਖਾਵਾ ਹੋ ਰਿਹਾ, ਪ੍ਰਗਟਾਵਾ ਹੋ ਰਿਹਾ, ਸਿਰਫ ਇਸ ਸਰੀਰ ਦੀ ਚਮੜੀ ਦੇ ਸੁਹੱਪਣ ਨੂੰ ਦੇਖ ਕੇ ਲੋਕ ਸ਼ਦਾਈ ਹੋਏ ਬੈਠੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਮੈਂ ਬਹੁਤ ਗਿਣਤੀ 'ਚ ਕਹਿ ਰਿਹਾ, ਕੁਛ ਤਾਂ ਇਹ ਹੰਕਾਰ ਹੈ, ਮੇਰੇ ਕੋਲ ਸੁੰਦਰਤਾ ਬੜੀ ਹੈ, ਮੇਰੇ ਤੋਂ ਵੱਧ ਸੋਹਣਾ ਕੋਈ ਨਹੀਂ। ਤੇ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ ਵੀ ਕੋਈ ਲਿਖਦਾ ਹੈ, ਇੱਥੋਂ ਤੱਕ ਕਵੀ ਸੱਜਣਾ ਨੇ ਵੀ, ਲਿਖਾਰੀਆਂ ਨੇ ਵੀ ਇਸ ਸਰੀਰ ਦੇ ਬਾਹਰ ਦੇ ਸੁਹੱਪਣ ਦੇ ਬੜੇ ਗੀਤ ਗਾਏ ਆ। ਕੋਈ ਟਾਵਾਂ ਹੈ ਜਿਨ੍ਹਾਂ ਨੇ ਇਸ ਚਮੜੀ ਦੀ ਸੁਹੱਪਣਤਾ ਨੂੰ ਇੱਕ ਪਾਸੇ ਰੱਖ ਕੇ
ਬੰਦੇ ਦੇ ਅੰਦਰ ਦੀ ਸੁਹੱਪਣਤਾ ਦਾ ਜ਼ਿਕਰ ਕੀਤਾ ਹੈ। ਸਰੀਰ ਦੇ ਸੁਹੱਪਣ ਦਾ ਜ਼ਿਕਰ ਕੀਤਾ ਲੋਕਾਂ ਨੇ, ਉਹ ਅੱਖਾਂ ਦਾ ਜ਼ਿਕਰ ਕਰਦੇ ਆ, ਦੰਦਾਂ ਦਾ ਜ਼ਿਕਰ ਕਰਦੇ ਆ, ਮੱਥੇ ਦਾ ਜ਼ਿਕਰ ਕਰਦੇ ਨੇ, ਹਥੇਲੀਆਂ ਦਾ ਜ਼ਿਕਰ ਕਰਦੇ ਨੇ। ਹੁਣ ਜਦੋਂ ਬੰਦਾ ਕੋਈ ਬੈਰਾਗ ਵੀ ਜਾਂਦਾ ਹੈ, ਉਦੋਂ ਆਪਣੇ ਹਿਸਾਬ ਨਾਲ ਉਹਦੀ ਵਿਆਖਿਆ ਕਰਦਾ ਹੈ। ਮੈਂ ਫਿਰ ਅਰਜ਼ ਕਰਾਂਗਾ, ਬਾਹਰ ਦੇ ਸੁਹੱਪਣ ਨੂੰ ਲੈ ਕੇ ਮੇਰਾ ਖਿਆਲ ਅੱਜ ਜੋ ਕੁਝ ਅਸੀਂ ਵਰਤਾਰਾ ਦੇਖਨੇ ਪਿਆ, ਜੋ ਕੁਝ ਸੰਸਾਰ ਤੇ ਵਰਦਾ ਦੇਖ ਰਹੇ ਹਾਂ, ਇਹਨੂੰ ਸੁਹਿਰਦਤਾ ਨਾਲ ਸੁਣਿਓ। ਭਾਵੇਂ ਕੋਈ ਗੀਤ ਹੋਵੇ, ਭਾਵੇਂ ਕੋਈ ਲਿਖਣ ਵਾਲਾ ਹੋਵੇ, ਬਹੁ ਗਿਣਤੀ 'ਚ ਸਿਰਫ ਤੇ ਸਿਰਫ ਬੰਦੇ ਦੇ ਤਨ ਦੀ ਬਾਹਰ ਦੀ ਸੁੰਦਰਤਾ ਦਾ ਹੀ ਵਾਸ਼ਨਾ ਦਾ ਜ਼ਿਕਰ ਕੀਤਾ ਜਾਂਦਾ ਹੈ। ਭਰਤਰੀ ਨੇ ਵੈਰਾਗ ਸ਼ਕਤ ਵਿੱਚ ਇਹ ਗੱਲ ਕਹੀ, ਆਪੋ ਆਪਣਾ ਨਜ਼ਰੀਆ। ਉਹ ਕਹਿੰਦਾ, ਦੇਖੋ ਤੁਸੀਂ ਜਦੋਂ ਦੰਦਾਂ ਦੀ ਗੱਲ ਕਰਨ ਲੱਗਦੇ ਹੋ ਤੇ ਅਨਾਰਾਂ ਦੇ ਦਾਣਿਆਂ ਨਾਲ ਤੁਲਨਾ ਦੇਣ ਲੱਗ ਪੈਂਦੇ। ਕਹਿੰਦਾ ਵੀ ਇਹਦੇ ਦੰਦ ਤਾਂ ਇਸ ਤਰ੍ਹਾਂ ਨੇ ਜਿਵੇਂ ਅਨਾਰਾਂ ਦੇ ਦਾਣੇ ਨੇ, ਪਰ ਕਹਿੰਦਾ ਹੱਥ ਲਾ ਕੇ ਤਾਂ ਦੇਖੋ, ਇਹ ਕੱਚ ਦੀਆਂ ਪੰਕਤੀਆਂ ਨੇ। ਤੁਸੀਂ ਅਨਾਰਾਂ ਦੇ ਦਾਣੇ ਕਹਿ ਰਹੇ ਹੋ, ਪਰ ਇਸ ਹਕੀਕਤ ਨੂੰ ਕਿਉਂ ਨਹੀਂ ਸਮਝਦੇ ਕਿ ਇਸ ਅਨਾਰਾਂ ਦੇ ਦਾਣੇ ਜਿਹਨੂੰ ਕਹਿ ਰਹੇ ਹੋ, ਇਹ ਅਸਲ 'ਚ ਖੱਡੀਆਂ ਦੀ ਇੱਕ ਪੰਗਤ ਹੈ, ਇਹ ਖੱਡੀਆਂ ਹੀ ਨੇ। ਫਿਰ ਉਹ ਕਹਿੰਦਾ, ਜਿਸ ਅੱਖਾਂ ਦੀ ਤੁਸੀਂ ਗੱਲ ਕਰਦੇ ਹੋ, ਇਸ ਅੱਖਾਂ ਵਿੱਚ ਕਿੰਨਾ ਮੈਲਾ ਪਾਣੀ ਵੀ ਨਿਕਲਦਾ ਪਿਆ ਹੈ। ਜਿਸ ਮੂੰਹ ਨੂੰ ਤੁਸੀਂ ਕਿੰਨੀ ਕਈ ਸੋਹਣੇ ਸ਼ਬਦ ਵਰਤਦੇ ਹੋ, ਇਹਦੇ ਅੰਦਰ ਵੀ ਤਾਂ ਕੇਵਲ ਅਸੀਂ ਦੇਖਨੇ ਹੋ, ਕਹਿੰਦਾ ਥੁੱਕ ਅੱਧ ਕੀ ਭਰੀਏ। ਉਹਦੇ ਤਰੀਕਾ ਹੈ ਆਪਣਾ ਗੱਲ ਕਰਨ ਦਾ। ਪਰ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਰੀਰਕ ਸੁਹੱਪਣ ਦੀ ਵਾਸ਼ਨਾ ਦਾ ਕਿਤੇ ਵੀ ਥਾਂ ਨਹੀਂ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮਨੁੱਖ ਦੇ ਅੰਦਰ ਦੀ ਜਿਹੜੀ ਸੁਹੱਪਣਤਾ ਹੈ, ਜਿਹਦਾ ਅੰਦਰ ਅੱਤ ਦਾ ਸੋਹਣਾ ਬਣ ਗਿਆ ਸ਼ਬਦ ਦੀ ਕਿਰਪਾ ਨਾਲ, ਸੱਚ ਇਹ ਵੇ ਉਹਦੇ ਜਿਸਮ ਦੇ ਹੁਸਨ ਨੂੰ ਵੀ ਕੋਈ ਬਿਆਨ ਨਹੀਂ ਕਰ ਸਕਦਾ। ਪਰ ਮੈਂ ਫਿਰ ਰਿਪੀਟ ਕਰਨ ਲੱਗਾ ਕਿ ਉਹ ਹੁਸਨ ਹੰਕਾਰ ਵਾਲਾ ਨਹੀਂ, ਉਹ ਹੁਸਨ ਵਾਸ਼ਨਾ ਵਾਲਾ ਨਹੀਂ। ਉਸ ਹੁਸਨ ਵਿੱਚ ਵੀ ਰੱਬ ਨੇ ਠੰਡ ਭਰੀ, ਉਸ ਹੁਸਨ ਵਿੱਚ ਵੀ ਪਰਮਾਤਮਾ ਨੇ ਅੰਦਰ ਦਾ ਸੁੱਖ ਦਿੱਤਾ। ਇਹਨੂੰ ਥੋੜ੍ਹਾ ਜਿਹਾ ਅਸੀਂ ਬਾਣੀ 'ਚੋਂ ਦੇਖੀਏ। ਮੈਂ ਦੋ ਗੱਲਾਂ ਕਰਨੀਆਂ ਨੇ ਕਿ ਜਿਸਮ ਦਾ ਹੰਕਾਰ ਨਾ ਕਰ, ਇਹਦੀ ਸੁੰਦਰਤਾ ਦਾ, ਇਹਦੇ ਬਲ ਦਾ, ਇਹਦੇ ਗੁਣਾਂ ਦਾ। ਤੇ ਜਿਹਦਾ ਤੂੰ ਹੰਕਾਰ ਕਰ ਰਿਹਾ, ਛਿਨ ਲੱਗਣਾ ਇਹਦੇ ਬਿਨਸਦਿਆਂ ਹੋਇਆਂ। ਹਜ਼ੂਰ ਨੇ ਕਿਹਾ, ਇੱਕ ਤਾਂ ਉਹ ਨੇ ਜਿਹੜੇ ਇਸ ਹੰਕਾਰ ਵਿੱਚ ਡੁੱਬੇ ਹੋਏ ਨੇ, ਮੇਰਾ ਸਰੀਰ ਬੜਾ ਸੋਹਣਾ ਹੈ, ਤੇ ਦੂਜੇ ਉਹ ਨੇ ਜਿਨ੍ਹਾਂ ਨੂੰ ਇਹ ਹੰਕਾਰ ਬੜਾ ਹੈ ਕਿ ਸਾਡੇ ਸਰੀਰ ਵਿੱਚ ਤਾਕਤ ਬੜੀ ਹੈ। ਜੇ ਦੇਖਿਆ ਜਾਏ, ਦੋ ਗੱਲਾਂ ਹੀ ਜ਼ਿਆਦਾ ਨੇ ਕਿ ਇੱਕ ਸੁਹੱਪਣਤਾ, ਦੂਸਰਾ ਇਹਦਾ ਬਲ। ਮਹਾਰਾਜ ਕਹਿੰਦੇ ਨੇ, ਇਹਨਾਂ ਨੇ ਪਹਿਲੀ ਗੱਲ ਕਿ ਜਿਉਂਦੇ ਜੀਵ ਇਹ ਸਾਥ ਛੱਡ ਜਾਂਦੇ ਨੇ। ਜਿਤਨਾ ਮਰਜੀ ਬੰਦਾ ਸੁੰਦਰ ਹੋਵੇ, ਤੁਸੀਂ ਦੇਖਦੇ ਹੋ ਉਮਰ ਦੇ ਢਲਣ ਦੇ ਨਾਲ ਉਹਦੀ ਸੁਹੱਪਣ ਜਿਹੜਾ ਹੈ, ਉਹ ਕਈ ਵਾਰੀ ਕਰੂਪਤਾ ਵਿੱਚ ਬਦਲ ਜਾਂਦਾ ਹੈ। ਕਈ ਵਾਰੀ ਉਸੇ ਜਿਸਮ ਨੂੰ ਕੋਈ ਐਸਾ ਰੋਗ ਲੱਗਦਾ ਜਿਹੜਾ ਅੱਧਾ ਸੁੰਦਰ ਦਿਸਦਾ, ਉਹ ਕਰੂਪਤਾ ਵਿੱਚ ਚੇਂਜ ਹੋ ਜਾਂਦਾ ਹੈ। ਜਿਸ ਬੰਦੇ ਕੋਲ ਇੰਨੀ ਤਾਕਤ ਹੈ, ਇਹ ਤਾਂ ਅਨੇਕਾਂ ਬੰਦਿਆਂ ਨੂੰ ਦੇਖਿਆ ਹੋਣਾ, ਜਿਹੜੇ ਜਵਾਨੀ ਵਿੱਚ ਆਪਣੀ ਤਾਕਤ ਦਾ ਹੰਕਾਰ ਕਰਦੇ ਨੇ, ਉਹ ਬੰਦੇ ਇੱਥੋਂ ਤੱਕ ਕਈ ਵਾਰੀ ਲਾਚਾਰ ਦੇਖਿਆ ਕਿ ਉਹ ਆਪਣੇ ਆਪ ਮੰਜੇ ਤੋਂ ਉੱਠ ਵੀ ਨਹੀਂ ਸਕਦੇ। ਇਹਦਾ ਮਤਲਬ ਸਤਿਗੁਰੂ ਕਹਿੰਦੇ ਆ, ਇਹ ਜਿਸਮ ਨੁਮਾਇਸ਼ ਕਰਨ ਵਾਸਤੇ ਨਹੀਂ, ਇਹ ਜਿਸਮ ਕੇਵਲ ਬਲ ਲੈ ਕੇ ਹੰਕਾਰ ਕਰਕੇ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ। ਇਸ ਜਿਸਮ ਦਾ ਕੋਈ ਮਤਲਬ ਹੈ, ਇਸ ਤਨ ਦਾ ਕੋਈ ਮਤਲਬ ਹੈ। ਥੋੜ੍ਹਾ ਜਾਓ ਗੁਰੂ ਗ੍ਰੰਥ ਸਾਹਿਬ 'ਚੋਂ ਅਸੀਂ ਇਹਦੇ ਦਰਸ਼ਨ ਕਰੀਏ। ਮੈਂ ਬੇਨਤੀ ਕੀਤੀ, ਪਹਿਲੀ ਗੱਲ, ਇੱਕ ਖਿਨ ਲੱਗਣਾ ਇਹਦੇ ਬਿਨਸਦਿਆਂ। ਗਰਭ ਕਰਤਾ ਹੈ ਦੇਹ ਕੋ, ਬਿਨਸੈ ਛਿਨ ਮੈਂ ਮੀਤ। ਇੱਕ ਛਿਨ ਦੇ ਵਿੱਚ ਪਿਆਰਿਓ, ਇਹਨੂੰ ਬਣਦਿਆਂ ਤਾਂ ਲੱਗ ਜਾਂਦੇ ਆ 6 ਮਹੀਨੇ। ਚਲੋ ਜਨਮ ਅਸੀਂ 10 ਮਾਸੀ 9 ਮਾਸੀ 7 ਮਾਸੀ ਕਈ ਵਾਰੀ ਬੱਚੇ ਦਾ ਜਨਮ ਹੋ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਜੀ ਕਹਿੰਦੇ ਨੇ, ਇਹਦਾ ਪੂਰਾ ਬਾਡੀ ਨੂੰ ਗੰਢਦਿਆਂ ਇਹਦੇ ਅੰਦਰ ਦੀ ਮੁਕੰਮਲਤਾ ਨੂੰ 6 ਮਹੀਨੇ ਲੱਗਦੇ ਆ। ਪਰ ਜਿਹਨੂੰ ਗੰਢਦਿਆਂ 6 ਮਹੀਨੇ ਲੱਗਦੇ ਆ, ਉਹਨੂੰ ਟੁੱਟਦਿਆਂ ਸਿਰਫ ਇੱਕ ਖਿਨ ਲੱਗਦਾ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਕਿ ਚੱਲੇ ਚੱਲਣਹਾਰ ਵਿਚਾਰਾ ਮਨੋ ਗੰਢਿੰਦਿਆਂ 6 ਮਾਹ। ਇਹਨੂੰ ਗੰਢਦਿਆਂ 6 ਮਹੀਨੇ ਲੱਗੇ ਆ, ਪਰ ਟੁੱਟਦਿਆਂ ਪਿਆਰਿਓ 6 ਮਹੀਨੇ ਥੋੜ੍ਹਾ ਨੇ।
ਚੱਲੇ ਚੱਲਣ ਹਾਰ ਵਿਚਾਰਾ ਲੈ ਮਨੂ, ਗੰਢਿੰਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੂ। ਇਹਨੂੰ ਗੰਢਦਿਆਂ 6 ਮਹੀਨੇ ਲੱਗੇ ਆ, ਪਰ ਟੁੱਟਦਿਆਂ ਤਾਂ ਪਿਆਰੇ ਇੱਕ ਖਿੰਨ ਦੇ ਵਿੱਚ ਇਹ ਸਾਰੇ ਦਾ ਸਾਰਾ ਢਾਂਚਾ ਜਿਹੜਾ ਉਹ ਬਿਖਰ ਜਾਂਦਾ ਹੈ। ਉਸ ਵਿੱਚ ਸਤਿਗੁਰੂ ਨੇ ਜਿਹੜੀ ਇਸ ਦੀ ਨਾਸ਼ਵਾਨਤਾ ਦਾ ਜ਼ਿਕਰ ਕੀਤਾ, ਹੰਕਾਰ ਜੋ ਕਰ ਰਿਹਾ ਹੈ, ਉਸ ਬਾਰੇ ਸਤਿਗੁਰੂ ਦੇ ਕੁਝ ਅੰਮ੍ਰਿਤ ਬਚਨ ਨੇ। ਕੁਝ ਮੈਂ ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚੋਂ, ਕਬੀਰ ਸਾਹਿਬ ਜੀ ਦੀ ਰਚਨਾ ਵਿੱਚੋਂ ਕੁਝ ਬੇਨਤੀਆਂ ਕਰਾਂਗਾ। ਦੇਖੋ, ਮੈਂ ਅਰਜ਼ ਕੀਤੀ ਸੁਹੱਪਣ ਹੈ। ਇੱਕ ਸੁਹੱਪਣ ਹੈ ਵਾਸ਼ਨਾ ਵਾਲਾ, ਇੱਕ ਸੁਹੱਪਣ ਹੈ ਰੂਹਾਨੀਅਤ ਤੌਰ ਤੇ ਪੈਦਾ ਹੋ ਜਾਣਾ। ਉਸ ਦਾ ਜ਼ਿਕਰ ਵੀ ਬਾਣੀ ਨੇ ਕਿਹਾ। ਜਦੋਂ ਅਸੀਂ ਇਹ ਬਾਬਾ ਜੀ ਦੀ ਬਾਣੀ ਦਾ ਪਾਠ ਕਰਨੇ ਆ, ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਹਿਆ, ਕਵਣ ਬਣੀ ਰੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ। ਕਿ ਇਹ ਸਾਰੇ ਸ਼ਬਦ ਜਿਹੜੇ ਨੇ ਇਹ ਸੁੰਦਰਤਾ ਨਾਲ ਸੰਬੰਧਿਤ ਨੇ ਕਿ ਤੇਰਾ ਇਹ ਚੋਲਾ, ਲਾਲ ਚੋਲਾ ਕਿੰਨਾ ਸੋਹਣਾ ਲੱਗ ਰਿਹਾ ਹੈ, ਤੇਰੇ ਚਿਹਰੇ ਦੇ ਉੱਤੇ ਲਾਲੀ ਡਲਕਾ ਮਾਰ ਰਹੀ ਹੈ। ਇਹ ਲਾਲੀ ਕਿਵੇਂ ਆ ਗਈ? ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਹਿਆ, ਕਵਨ ਬਨੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ, ਤੁਮ ਹੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ। ਇਹ ਸਾਰਾ ਪੁੱਛਿਆ ਵੀ ਸਭ ਕੁਝ ਤੇਰੇ ਕੋਲ ਹੈ। ਉਹਦੇ ਵਿੱਚ ਇਸ ਲਾਲੀ ਨੂੰ ਵਾਸ਼ਨਾ ਨਾਲ ਨਹੀਂ ਜੋੜ ਕੇ ਦੇਖਣਾ। ਅਸਲ 'ਚ ਇਹ ਜਿਹੜਾ ਸੁਹਾਪਣ ਹੈ, ਇਹ ਪ੍ਰਮਾਤਮਾ ਦੀ ਇਬਾਦਤ ਵਿੱਚੋਂ, ਸਿਮਰਨ ਵਿੱਚੋਂ, ਜਿਹੜਾ ਸਰੀਰ ਦੇ ਵਿੱਚੋਂ ਨਿਕਲਦੀ ਹੈ ਰਹਿਮਤ ਉਹਦੀ। ਮੈਂ ਫਿਰ ਅਰਜ਼ ਕਰਾਂ, ਇੱਕ ਸੁਹਾਪਣ ਹੈ ਕੇਵਲ ਵਾਸਨਾ ਸੰਯੁਕਤ। ਇੱਕ ਸੁਹਾਪਣ ਹੋਵੇ ਜਿਹੜਾ ਇਸ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਇਸ ਦੇਹੀ ਵਿੱਚ ਜਿਹਦੇ ਅੰਦਰ ਸ਼ਬਦ ਵਰਤ ਜਾਏ, ਉਸ ਦਾ ਚਿਹਰਾ ਵੀ ਲਾਲੀ ਮਾਰਦਾ ਹੈ। ਪਰ ਉਸ ਦੇ ਚਿਹਰੇ ਦੀ ਲਾਲੀ ਕੋਈ ਵੀ ਦੇਖਦਾ ਹੈ, ਪਰ ਉਹ ਵਾਸ਼ਨਾ ਸੰਯੁਕਤ ਨਹੀਂ। ਸੱਚ ਇਹ ਵੇ, ਉਹ ਚਿਹਰਾ ਵੀ ਦੇਖਣ ਲੱਗਿਆਂ ਬੰਦੇ ਦੇ ਅੰਦਰ ਦੀ ਵਾਸ਼ਨਾ ਨੂੰ ਸ਼ਾਂਤ ਕਰ ਦਿੰਦਾ। ਮਹਾਰਾਜ ਨੇ ਇਹਦੇ ਵਿੱਚ ਇੱਕ ਬਚਨ ਕਿਹਾ, ਸੁਣ ਰਹੀ ਸਖੀ ਇਹ ਖਮਰੀ ਕਾਲ, ਪ੍ਰਭ ਆਪ ਸ਼ਿੰਗਾਰ ਸਵਾਰਨ ਖਾਰ। ਇਹ ਸੁਹੱਪਣ ਸਾਡਾ ਨਹੀਂ, ਇਹ ਸੁਹੱਪਣ ਕਰਤਾਰ ਦੇ, ਪ੍ਰਮਾਤਮਾ ਦੇ, ਵਾਹਿਗੁਰੂ ਦੇ ਨਾਮ ਨੇ ਦਿੱਤਾ। ਇਸੇ ਨੂੰ ਗੁਰੂ ਜੀ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ, ਭਾਵੇਂ ਉਹਦੇ ਅੰਦਰੂਨੀ ਅਰਥ ਹੀ ਨੇ, ਪਰ ਮੈਂ ਫਿਰ ਵੀ ਅਰਜ਼ ਕਰ ਦਿਆਂਗਾ ਕਿ ਸਿਰਫ ਇੱਕ ਇਸ ਲਈ ਕਿ ਇੱਕ ਸੁਹੱਪਣ ਹੈ ਬਾਹਰ ਦਾ, ਇੱਕ ਸੁਹੱਪਣ ਹੈ ਅੰਦਰ ਦਾ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਤਿਲੰਗ ਰਾਗ ਦੇ ਵਿੱਚ, ਇੱਕ ਤਾਂ ਚਲੋ ਆਹ ਚੋਲਾ ਹੈ ਜਿਹਨੂੰ ਅਸੀਂ ਕੱਪੜੇ ਨੂੰ ਕਹਿੰਦੇ ਹਾਂ, ਇੱਕ ਚੋਲਾ ਸਰੀਰ ਵੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਕੇਵਲ ਕੱਪੜੇ ਨੂੰ ਚੋਲਾ ਨਹੀਂ ਕਿਹਾ, ਇਸ ਮਨੁੱਖਾ ਸਰੀਰ ਨੂੰ ਵੀ ਸਤਿਗੁਰਾਂ ਨੇ ਬਾਣੀ ਵਿੱਚ ਚੋਲਾ ਕਿਹਾ ਹੈ। ਜਿਵੇਂ ਅਸੀਂ ਇੱਕ ਪਾਠ ਕਰਨੇ, ਤੇਰਾ ਏਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਉੱਥੇ ਸਤਿਗੁਰੂ ਨੇ ਸਰੀਰ ਨੂੰ ਚੋਲਾ ਕਿਹਾ। ਹੁਣ ਉਸ ਬਚਨ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਚੋਲੇ ਦਾ ਅੰਦਰ ਕੀਤਾ ਅਰਥ, ਉੱਥੇ ਹਜ਼ੂਰ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ ਕਿ ਬਾਹਰ ਦਾ ਸੁਹੱਪਣ ਤੇ ਅੰਦਰ ਦਾ ਸੁਹੱਪਣ। ਉੱਥੇ ਸਤਿਗੁਰਾਂ ਨੇ ਕਿਹਾ ਵੀ ਇਸ ਦੁਨੀਆ ਵਿੱਚ ਕੋਈ ਜਿਸਮ ਐਸਾ ਨਹੀਂ ਜਿਹੜਾ ਰੰਗਿਆ ਹੋਇਆ ਨਹੀਂ। ਰੰਗ ਹੀ ਦੋ ਨੇ, ਇੱਕ ਵਾਸ਼ਨਾ 'ਚ ਤੇ ਇੱਕ ਰੂਹਾਨੀਅਤ ਵਿੱਚ। ਮਹਾਰਾਜ ਕਹਿੰਦੇ ਨੇ ਜਿਹੜੇ ਵਾਸ਼ਨਾ ਵਿੱਚ ਰਤੇ ਨੇ, ਤੇ ਇਸ ਵਾਸ਼ਨਾ ਦਾ ਅਰਥ ਕੇਵਲ ਕਾਮੁਕ ਬਿਰਤੀ ਨਹੀਂ, ਵਾਸ਼ਨਾ ਕਈ ਤਰ੍ਹਾਂ ਦੀ ਹੈ। ਹਜ਼ੂਰ ਕਹਿੰਦੇ ਨੇ ਉਹ ਚੋਲੇ ਲਾਲਚ ਵਿੱਚ ਰੱਤੇ ਹੋਏ ਆ, ਤੇ ਜਿਹੜੇ ਰੂਹਾਨੀ ਰੰਗ ਵਿੱਚ ਰੱਤੇ ਨੇ ਪਿਆਰਿਓ, ਉਹ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਆ। ਜੇ ਅੰਦਰ ਦੇ ਇਸ ਸਰੀਰ ਦੇ ਹੰਕਾਰ ਔਰ ਸੁਹੱਪਣ ਬਾਹਰ ਮੁਖੀ 'ਚ ਬੰਦਾ ਪੈਂਦਾ, ਉਹਦੇ ਹਿਰਦੇ ਦੀ ਸੇਜ ਉੱਤੇ ਪਰਮਾਤਮਾ ਨਹੀਂ। ਗੁਰੂ ਜੀ ਦਾ ਬਚਨ ਹੈ ਕਿ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹੁਣ ਇੱਥੇ ਚੋਲੜਾ ਦਾ ਅਰਥ ਸਰੀਰ ਹੈ, ਇਹ ਕਾਇਆ ਹੈ। ਹੁਣ ਉਹ ਇੱਕ ਉਹ ਚੋਲਾ ਹੈ ਜਿਹੜਾ ਲਾਲਚ ਵਿੱਚ ਰੱਤਾ ਹੋਇਆ। ਇਹ ਤਨ ਮਾਇਆ ਪਾਹਿਆ ਪਿਆਰੇ, ਜਿਹਨੂੰ ਮਾਇਆ ਦੀ ਪਾਹ ਚੜੀ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਕਿਵੇਂ ਇਹ ਜੀਵ ਆਤਮਾ, ਕਿਵੇਂ ਇਹ ਇਨਸਾਨ ਦਾ ਅੰਦਰ ਆਤਮਾ
ਹਿਰਦੇ ਪ੍ਰਮਾਤਮਾ ਦੀ ਸੇਜ ਤੇ ਜਾਏਗਾ, ਕਿਉਂਕਿ ਜਿਹੜਾ ਸ਼ਿੰਗਾਰ ਇਹਨੇ ਕੀਤਾ ਹੈ, ਜਿਹੜਾ ਤਨ ਦਾ ਚੋਲਾ ਇਹਨੇ ਰੰਗਿਆ ਹੈ, ਸੱਚ ਇਹ ਵੇ ਕਿ ਇਹ ਚੋਲਾ ਮੇਰੇ ਕੰਤ ਨੂੰ ਕਦੀ ਪਾਉਂਦਾ ਹੀ ਨਹੀਂ। ਇਸ ਚੋਲੇ ਵੀ ਯਾਦ ਰੱਖੋ, ਸ਼ਬਦ ਉੱਤੇ ਲਾਲਚ ਵਰਤਿਆ, ਕੱਪੜੇ ਦਾ ਜ਼ਿਕਰ ਨਹੀਂ ਕਰ ਰਹੇ, ਅੰਦਰ ਦੀ ਬਾਤ ਕਰ ਰਹੇ। ਉਸ ਵਿੱਚ ਮਹਾਰਾਜ ਕਹਿੰਦੇ ਨੇ, ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੈ ਜਾਉ। ਪਹਿਲੀ ਗੱਲ, ਵਾਹਿਗੁਰੂ ਮੈਂ ਤੇਰੇ ਤੋਂ ਕੁਰਬਾਨ ਜਾਨਾ। ਦੂਸਰਾ ਬਚਨ ਮਹਾਰਾਜ ਕਹਿੰਦੇ, ਤੇਰੇ ਨਾਮ ਤੋਂ ਕੁਰਬਾਨ ਜਾਨਾ। ਫਿਰ ਮਹਾਰਾਜ ਕਹਿੰਦੇ ਨੇ, ਜਿਹੜੇ ਤੇਰੇ ਨਾਮ ਦੇ ਵਿੱਚ ਜਿਹੜੇ ਹੋਏ ਅੰਦਰ ਨੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਨਾ। ਤੇਰੇ ਤੋਂ ਕੁਰਬਾਨ ਜਾਨਾ, ਨਾਮ ਤੋਂ ਕੁਰਬਾਨ ਜਾਨਾ, ਤੇਰੇ ਨਾਮ ਵਿੱਚ ਭਿੱਜੀਆਂ ਹੋਈਆਂ ਆਤਮਾਵਾਂ ਤੋਂ ਵੀ ਕੁਰਬਾਨ ਜਾਨਾ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ, ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨੈ ਜਾਉ। ਪਹਿਲੀ ਤੁਕ ਸੀ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਅਗਲੀ ਤੁਕ ਵਿੱਚ ਦੱਸਿਆ ਵੀ ਜੇ ਚੋਲਾ ਰੰਗਣਾ ਹੀ ਹੈ, ਇਸ ਦੇਹੀ ਦਾ ਵਾਸ਼ਨਾ ਵਿੱਚ ਕਿਉਂ ਰੰਗਣਾ, ਹੰਕਾਰ ਕਾਹਦਾ। ਮਹਾਰਾਜ ਅੱਗੇ ਬਚਨ ਕਰਦੇ ਨੇ ਕਿ ਜਿਨ ਕੇ ਚੋਲੇ ਰਤੜੇ ਪਿਆਰੇ। ਭਾਵੇਂ ਇਸ ਤੋਂ ਅੱਗੇ ਪਹਿਲਾਂ ਬਚਨ ਹੈ, ਕਾਇਆ ਰੰਗਣ ਜੇਤੀਆ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ। ਹੁਣ ਇਸ ਤੋਂ ਅਗਲੀ ਤੋਂ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਉੱਥੇ ਸੀ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ, ਜਿਨ੍ਹਾਂ ਦੇ ਚੋਲੇ ਪਾਰ ਬ੍ਰਹਮ ਪਰਮੇਸ਼ਵਰ ਦੇ ਰੰਗ ਵਿੱਚ ਰੱਤੇ ਨੇ, ਉਹਨਾਂ ਗੁਰਮੁਖ ਰਤੜਿਆਂ ਦੇ ਚਰਨਾਂ ਦੀ ਧੂੜ ਮਿਲ ਜਾਏ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਇਹ ਮੇਰੀ ਅਰਦਾਸ ਹੈ। ਮੇਰੇ ਕਹਿਣ ਤੋਂ ਮੁਰਾਦ, ਹੁਣ ਇੱਕ ਚੋਲਾ ਉਹ ਵੇ ਜਿਹੜਾ ਲਾਲਚ ਰਤਿਆ ਹੈ, ਇੱਕ ਦੇ ਉਹ ਚੋਲਾ ਹੈ ਜਿਹੜਾ ਪਰਮਾਤਮਾ ਦੀ ਇਬਾਦਤ ਵਿੱਚ ਰੱਤਾ ਹੈ। ਲਾਲਚ ਵਿੱਚ ਤੇ ਇਬਾਦਤ ਵਿੱਚ ਰੱਤੇ ਕੋਈ ਚੋਲੇ, ਮਹਾਰਾਜ ਉਹਨਾਂ ਦਾ ਦੋਨਾਂ ਦਾ ਜ਼ਿਕਰ ਕਰ ਦਿੱਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਇੱਕ ਹੋਰ ਬੇਨਤੀ, ਜਿਵੇਂ ਬੰਦਾ ਕਈ ਰੰਗਾਂ ਨੂੰ ਪਸੰਦ ਕਰਦਾ ਹੈ, ਮੈਂ ਆਪਣੇ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਮੈਂ ਉਸੇ ਸਬਜੈਕਟ ਤੇ ਆਉਣਾ ਹੈ ਕਿ ਗਰਭ ਕਰਤ ਹੈ ਦੇਹ ਕੋ, ਬਲ ਦਾ ਹੰਕਾਰ, ਸਿਆਣਪ ਦਾ ਹੰਕਾਰ, ਸੱਚੀ ਮੁੱਚੀ ਗਲੇ ਦੀ ਆਵਾਜ਼ ਦਾ ਹੰਕਾਰ, ਆਪਣੇ ਖਿਆਲਾਂ ਦਾ ਹੰਕਾਰ, ਆਪਣੇ ਗੁਣਾਂ ਦਾ ਹੰਕਾਰ, ਆਪਣੇ ਸੁਆਪਣ ਦਾ ਹੰਕਾਰ। ਮਹਾਰਾਜ ਨੇ ਜਿੰਨੇ ਵੀ ਦੇਹ ਨਾਲ ਜੁੜੇ ਹੋਏ ਨੇ, ਇੱਥੇ ਸਤਿਗੁਰੂ ਨੇ ਇੱਕ ਦਾ ਜ਼ਿਕਰ ਨਹੀਂ ਕੀਤਾ, ਸਿਰਫ ਇੱਕੋ ਗੱਲ ਕਹੀ, ਗਰਭ ਕਰਤ ਹੈ ਦੇਹ ਕੋ। ਮੈਂ ਤਾਂ ਕਿਹਾ ਵੀ ਇਹ ਦੇਹ ਦੇ ਨਾਲ ਜੁੜਿਆ ਤਾਂ ਗੁਣ ਵੀ ਹੈ, ਦੇਹ ਨਾਲ ਜੁੜੀ ਕੋਈ ਸੁੰਦਰਤਾ ਵੀ ਹੈ, ਦੇਹ ਨਾਲ ਜੁੜਿਆ ਹੋਇਆ ਬਲ ਵੀ ਹੈ, ਦੇਹ ਨਾਲ ਜੁੜੀ ਕੋਈ ਪਦਵੀ ਵੀ ਹੈ, ਦੇਹ ਨਾਲ ਜੁੜੀ ਕੋਈ ਬੰਦੇ ਕੋਲ ਅਕਲ ਵੀ ਹੈ। ਇਹਦਾ ਮਤਲਬ ਕਿ ਸਰੀਰਕ ਤੌਰ ਤੇ ਬੰਦਾ ਇਸ ਦੇਹੀ ਨਾਲ ਜੁੜੇ ਕੋਈ ਕਿਸੇ ਵੀ ਗੁਣ ਦਾ ਹੰਕਾਰ ਕਰਦਾ ਹੈ। ਮਹਾਰਾਜ ਕਹਿੰਦੇ ਨੇ, ਨਾ ਹੰਕਾਰ ਕਰ ਇਸ ਦੇਹੀ ਦੇ ਕਿਸੇ ਗੁਣ ਦਾ। ਫਿਰ ਬੇਨਤੀ ਬਾਹਰ ਮੁਖੀ, ਇਹਦੇ ਟੁੱਟਦਿਆਂ, ਇਹਦੇ ਬਿਨਸਦਿਆਂ, ਹੰਕਾਰ ਦੇ ਟੁੱਟਦਿਆਂ ਦੇਰੀ ਨਹੀਂ ਲੱਗਦੀ। ਮੈਂ ਇੱਕ ਸ਼ਬਦ ਆਪ ਨਾਲ ਹੋਰ ਸਾਂਝਾ ਕਰ ਦੇਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਵੇਖੋ ਜਦੋਂ ਬੰਦੇ ਕੋਲ ਤਨ ਹੈ, ਅੱਗੇ ਮੈਂ ਅਰਜ਼ ਕਰਨੀ ਹੈ, ਸੱਚ ਵੇ ਸੁਹਾਪਣ ਤੇ ਬਲ ਵੇਲੇ ਬੰਦਾ ਬੰਦੇ ਨੂੰ ਬਿਲਕੁਲ ਨਹੀਂ ਬੰਦਾ ਸਮਝਦਾ। ਮਹਾਰਾਜ ਨੇ ਜਦੋਂ ਅੰਦਰ ਰੰਗਣ ਦੀ ਗੱਲ ਕਹੀ ਨਾ ਜੀ, ਉਹਨਾਂ ਤੇ ਰੰਗਾਂ ਦਾ ਵੀ ਜ਼ਿਕਰ ਕੀਤਾ ਵੀ ਜਿਹੜੇ ਜਿਹੜੇ ਰੰਗ ਬੰਦਿਆਂ ਨੂੰ ਪਿਆਰੇ ਨੇ, ਇਹਨਾਂ ਰੰਗਾਂ ਦੇ ਅੰਤਰੀਵ ਅਰਥ ਕੀ ਨੇ। ਕੋਈ ਜਿਹੜਾ ਉਹ ਲਾਲ ਰੰਗ ਬੜਾ ਪਸੰਦ ਕਰਦਾ ਹੈ। ਉਂਝ ਵੈਸੇ ਗੁਰਬਾਣੀ ਵਿੱਚ ਜਿਹੜਾ ਰੂਹਾਨੀਅਤ ਦਾ ਰੰਗ ਮੰਨਿਆ, ਹੋ ਸਕਦਾ ਅੱਜ ਇਹ ਬਾਹਰ ਮੁਖੀ ਨਹੀਂ ਬਰਦਾਸ਼ਤ ਕਰਨਗੇ ਸਿੱਖ, ਰੂਹਾਨੀਅਤ ਦਾ ਜਿਹੜਾ ਰੰਗ ਮੰਨਿਆ ਅਸਲੀਅਤ ਵਿੱਚ ਉਹ ਲਾਲ ਰੰਗ ਹੀ ਮੰਨਿਆ ਹੈ। ਮੈਂ ਹੁਣੇ ਅਰਜ਼ ਕੀਤੀ, ਲਾਲ ਝੋਲਣਾ ਤੈ ਤਨ ਸੋਇਆ। ਜਾਂ ਸਤਿਗੁਰੂ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ, ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ। ਉੱਥੇ ਮਹਾਰਾਜ ਜੀ ਨੇ ਕਿਹਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡਭਾਗਾ। ਲਾਲ ਰੰਗ ਰੂਹਾਨੀਅਤ ਦਾ ਸ਼ਿਖਰ ਹੈ। ਇਹ ਸੂਹਾ ਰੰਗ ਮਿਲਾਪ ਹੈ। ਜਿਵੇਂ ਇਸ ਭਾਰਤ ਵਿੱਚ ਮੈਂ ਦੇਖਣਾ
कि शादी वेले बच्ची नूं ਉਹ ਜਿਹੜਾ ਸੋਹਾ ਚੋਲਾ ਪਹਿਨਾਇਆ ਜਾਂਦਾ, ਸੋਹੇ ਕੱਪੜੇ ਪਹਿਨਾਏ ਜਾਂਦੇ, ਬਾਹਰ ਨਹੀਂ ਬਾਹਰ ਚਿੱਟੇ ਕਈ ਥਾਂ ਪਵਾਉਂਦੇ। ਹੁਣ ਉਹ ਸੋਹਾ ਰੰਗ ਇਸ ਚੀਜ਼ ਦਾ ਪ੍ਰਤੀਕ ਹੈ ਕਿ ਇਹਨੂੰ ਪਤੀ ਨੇ ਵਰ ਕੇ ਲੈ ਜਾਣਾ, ਇਹਦਾ ਆਪਣੇ ਮਾਲਕ ਨਾਲ ਮਿਲਾਪ ਹੋਣਾ। ਪਿਆਰਿਓ, ਇੱਕ ਰੰਗ ਪ੍ਰਤੀਕ ਹੀ ਹੈ ਨਾ। ਇਸੇ ਤਰ੍ਹਾਂ ਗੁਰੂ ਜੀ ਨੇ ਅੰਦਰ ਦੇ ਰੰਗ ਦੀ ਜਦੋਂ ਗੱਲ ਕੀਤੀ, ਉੱਥੇ ਲਾਲ ਰੰਗ ਦਾ ਜ਼ਿਕਰ ਕਰਦੇ ਹਾਂ। ਕਿਸੇ ਨੂੰ ਲਾਲ ਚੰਗਾ ਲੱਗਦਾ ਹੈ, ਕਿਸੇ ਨੂੰ ਚਿੱਟਾ ਚੰਗਾ ਲੱਗਦਾ ਹੈ। ਪਿਆਰਿਓ, ਮਹਾਰਾਜ ਨੇ ਕਿਹਾ, ਸੁਣ ਮੇਰੀ ਗੱਲ, ਰੱਤਾ ਪਹਿਨਣ ਮਨ ਰੱਤਾ, ਬਾਹਰ ਦਾ ਸੁਹਾਪਣ ਦਾ ਤੂੰ ਰੰਗ ਪਾਈ ਬੈਠਾ ਲਾਲ, ਅਸਲੀ ਤਾਂ ਲਾਲ ਰੰਗ ਉਦਣ ਹੈ ਜਿਸ ਦਿਨ ਤੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਰਤ ਜਾਏ। ਰੱਤਾ ਪਹਿਨ ਮਨ ਰੱਤਾ, ਸਪੇਦੀ ਸਤ ਦਾਨ। ਕਈਆਂ ਨੂੰ ਚਿੱਟਾ ਰੰਗ ਪਸੰਦ ਹੈ, ਉਹ ਦੂਸਰਾ ਰੰਗ ਨਹੀਂ ਪਾਉਂਦੇ। ਉਹ ਹਾਲਾਂਕਿ ਰੰਗਾਂ ਦੀ ਤਸਵੀਰ ਆਪੋ ਆਪਣੀ ਹੈ, ਪਰ ਮਹਾਰਾਜ ਕਹਿੰਦੇ ਚਿੱਟਾ ਰੰਗ ਜਿਹੜਾ ਉਹ ਆਪਣੇ ਵਿੱਚੋਂ ਕੁਝ ਛੱਡਦਾ, ਉਹ ਦਾਨ ਕਰਦਾ। ਉਂਝ ਵੀ ਜੇ ਫਿਜ਼ਿਕਸ ਨੂੰ ਜਿਹੜੇ ਪੜ੍ਹਦੇ ਆ ਉਹ ਦੱਸਦੇ ਆ ਕਿ ਕਾਲਾ ਰੰਗ ਜਿਹੜਾ ਉਹ ਜਜ਼ਬ ਕਰਦਾ, ਚਿੱਟਾ ਰੰਗ ਇੰਨਾ ਜਜ਼ਬ ਨਹੀਂ ਕਰਦਾ। ਗੁਰਮੁਖੋ, ਮਹਾਰਾਜ ਕਹਿੰਦੇ ਹੱਥੋਂ ਦੇਖ ਕੇ ਭਲਾ ਮਨਾਏ, ਇਹ ਚਿੱਟਾ ਰੰਗ ਹੈ। ਰੱਤਾ ਪਹਿਨਣ ਮਨ ਰੱਤਾ, ਸਪੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ। ਸਿਆਹੀ ਦਰ ਤੇ ਕਾਲਕ, ਕਿਸੇ ਨੂੰ ਨੀਲਾ ਰੰਗ ਬੜਾ ਪਸੰਦ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਆਪਣੇ ਅੰਦਰ ਦੀ ਕਈ ਜਨਮਾਂ ਦੀ ਕਾਲਕ ਨੂੰ ਧੋ ਦੇ। ਪਿਆਰਿਆ, ਅੰਦਰ ਦੀ ਮੈਲ ਦੀ, ਅੰਦਰ ਦੀ ਵਾਸ਼ਨਾ ਦੀ ਕਾਲਖ ਨੂੰ ਕੱਟ ਗਿਆ, ਤੇ ਇਦੂ ਵਧੀਆ ਨੀਲਾ ਚੋਲਾ ਕਿਹੜਾ ਹੈ। ਰੱਤਾ ਪਹਿਨਣ ਮਨ ਰੱਤਾ, ਸਪੇਦੀ ਸਦਾਨ, ਨੀਲੀ ਸਿਆਹੀ ਕਦਾ ਕਰਨੀ। ਪਹਿਰਨ ਪੈਰ ਧਿਆਨ, ਪਹਿਰਨ ਚੋਗਾ ਪਾਣਾ, ਚੋਲਾ ਪਾਣਾ, ਇਹ ਪੈਰਾਂ ਤੱਕ। ਮਹਾਰਾਜ ਕਹਿੰਦੇ ਆ, ਸਿਰ ਤੋਂ ਪੈਰਾਂ ਤੱਕ ਪਰਮਾਤਮਾ ਦੇ ਧਿਆਨ ਵੀ ਜੁੜ ਜਾਵੇ, ਇਦੂ ਵੱਡਾ ਚੋਗਾ ਕਿਹੜਾ ਹੈ। ਰੱਤਾ ਪਹਿਨਣ ਮਨ ਰੱਤਾ, ਸਪੇਦੀ ਸਦਾਨ, ਨੀਲੀ ਸਿਆਹੀ ਕਦਾ ਕਰਨੀ। ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਕਮਰ ਬੰਦ ਸੰਤੋਖ ਕਾ, ਪਹਿਲੇ ਲੋਕ ਜਿਵੇਂ ਕਮਰ ਕੱਸਾ ਆਪਾਂ ਕਰਨੇ, ਕਈ ਸੱਜਣ ਬੈਲਟ ਪਾਉਂਦੇ ਆ। ਮਹਾਰਾਜ ਕਹਿੰਦੇ ਕਮਰ ਬੰਦ ਸੰਤੋਖ ਕਾ, ਜੇ ਤੂੰ ਕਮਰ ਕੱਸਾ ਕਰਨਾ ਹੈ ਤੇ ਸੰਤੋਖ ਦਾ ਕਰਮ ਕਮਰ ਕੱਸਾ ਕਰ। ਮਹਾਰਾਜ ਕਹਿੰਦੇ ਨੇ ਤੇ ਧਨ ਜੋਬਨ ਜੇ ਸਮਝਣਾ ਹੈ, ਇਹ ਛਿਨ ਵੀ ਚਲਾ ਜਾਣਾ। ਪਰਮਾਤਮਾ ਦੇ ਨਾਮ ਨੂੰ ਕੀ ਧਨ ਤੇ ਜੋਬਨ ਸਮਝ, ਜਿਨਨੇ ਕਦੀ ਬਿਨਸਣਾ ਨਹੀਂ, ਬਾਕੀ ਤਾਂ ਛਿਨ ਦੀ ਖੇਡ ਹੈ। ਮੈਂ ਅਰਜ਼ ਕੀਤੀ, ਗੁਰੂ ਜੀ ਨੇ ਸਾਡੇ ਉਸ ਅੰਤਰੀਵੀ ਰੰਗ ਦਾ ਵੀ, ਅੰਦਰੂਨੀ ਰੰਗ ਦਾ ਵੀ ਅੰਮ੍ਰਿਤ ਬਾਣੀ ਵਿੱਚ ਜ਼ਿਕਰ ਕੀਤਾ। ਮੈਂ ਆਪਣੇ ਵਿਸ਼ੇ 'ਤੇ ਰਹਿਣਾ। ਹਜ਼ੂਰ ਕਹਿੰਦੇ ਨੇ, ਚਾਹੇ ਸੁਆਪਣ ਹੈ ਚਾਹੇ ਤਾਕਤ ਹੈ, ਇੱਕ ਖਿਣ ਲੱਗਦਾ ਇਹਦੇ ਬਿਨਸਦਿਆਂ। ਕੋਈ ਪਤਾ ਨਹੀਂ ਕਿ ਅੱਜ ਸਰੀਰ ਇੰਨਾ ਸੁੰਦਰ ਹੈ, ਕੱਲ੍ਹ ਨੂੰ ਪਿਆਰਿਓ ਉਸ ਸਰੀਰ ਨੂੰ ਕੋਈ ਵੇਖਣਾ ਵੀ ਪਸੰਦ ਨਹੀਂ ਕਰਦਾ। ਕਈ ਵਾਰੀ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਬੰਦੇ ਨੂੰ। ਰੱਬ ਸਭ 'ਤੇ ਮਿਹਰ ਕਰੇ। ਜਿਹੜਾ ਸਰੀਰ, ਜਿਹੜਾ ਚਿਹਰਾ, ਉਹਦੀਆਂ ਸਿਫਤਾਂ ਦੇ ਵਿੱਚ ਲੋਕ ਸਿੱਧੇ ਪੜ੍ਹਦੇ ਆ, ਉਹ ਕਈ ਵਾਰੀ ਫੇਸ ਵੀ ਚੰਗਾ ਨਹੀਂ ਲੱਗਦਾ ਲੋਕਾਂ ਨੂੰ। ਇਹ ਮੈਂ ਇੱਕ ਉਦਾਹਰਨ ਦੇਣਾ। ਬਾਬਾ ਸਾਹਿਬ ਨੇ ਕਿਹਾ, ਮੈਂ ਅਰਜ਼ ਕਰਨ ਲੱਗਾ ਹੁਣ, ਕਿ ਬਿਨਸੈ ਛਿਨ ਮੈਂ ਮੀਤ। ਇੱਕ ਔਰਤ ਨ੍ਰਿਤ ਕਰਦੀ ਹੈ, ਨਾਚ ਕਰਦੀ ਸੀ। ਇੱਕ ਥਾਂ ਦੀ ਉਥਾਨਕਾ ਲਿਖੀ ਇਸ ਸ਼ਲੋਕ ਦੀ, ਤੇ ਉਹਦਾ ਜਿਹੜਾ ਅੱਖਾਂ 'ਚ ਪਾਉਣ ਵਾਲਾ ਸੁਰਮਾ ਸੀ, ਉਹਦੀ ਨੌਕਰਾਨੀ ਪੀਸਦੀ ਸੀ। ਆਪ ਨੂੰ ਪਤਾ ਹੈ, ਪਹਿਲਾਂ ਸੋਨਾ ਵੈਗਰੂ ਜਿਹੜਾ ਸੁਰਮਾ ਹੈ, ਕਾਜਲ ਹੈ, ਇਹਨੂੰ ਕੱਜਲ ਨੂੰ ਪੀ ਕੇ ਪਾਇਆ ਜਾਂਦਾ ਸੀ। ਬਾਬਾ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਇੱਕ ਦਿਨ ਉਹ ਔਰਤ ਜਦੋਂ ਸੁਰਮਾ ਪੀਸ ਰਹੀ ਸੀ, ਉਹਦੇ ਤੋਂ ਬਰੀਕ ਨਹੀਂ ਪੀਸਿਆ ਗਿਆ, ਉਹ ਮੋਟਾ ਰਹਿ ਗਿਆ, ਚੰਗੀ ਤਰ੍ਹਾਂ ਉਹ ਪੀਸ ਨਹੀਂ ਸਕੀ। ਉਸ ਔਰਤ ਨੇ ਸਲਾਈ ਭਰ ਕੇ ਪਾਇਆ, ਤੇ ਉਹਦੀਆਂ ਅੱਖਾਂ ਵਿੱਚੋਂ ਸੁਰਮਾ ਰੜਕਣ ਲੱਗ ਪਿਆ। ਇਹ ਬਾਣੀ ਦੇ ਬਚਨ ਨੇ, ਕਹਾਣੀ ਨਹੀਂ ਕੇਵਲ। ਉਹਦੀਆਂ ਅੱਖਾਂ 'ਚੋਂ ਸੁਰਮਾ ਰੜਕਣ ਲੱਗ ਪਿਆ। ਉਸ ਨੇ ਨੌਕਰਾਨੀ ਨੂੰ ਬੁਰਾ ਭਲਾ ਵੀ ਕਿਹਾ, ਸਜ਼ਾ ਵੀ ਦਿੱਤੀ ਕਿ ਤੈਨੂੰ ਅਕਲ ਨਹੀਂ, ਸੁਰਮਾ ਪੀਸਣ ਲੱਗਿਆ, ਪੀਣ ਲੱਗਿਆ, ਇਹ ਮੋਟਾ ਰਹਿ ਗਿਆ, ਮੇਰੀਆਂ ਅੱਖਾਂ ਦੇ ਵਿੱਚ ਰੜਕਦਾ ਹੈ, ਮੇਰੀਆਂ ਅੱਖਾਂ ਨੂੰ ਦੁੱਖ ਦਿੰਦਾ ਹੈ, ਮੇਰੀਆਂ ਅੱਖਾਂ ਨਹੀਂ ਸਹਿ ਸਕਦੀਆਂ ਸੁਰਮੇ ਨੂੰ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਸੇ ਸਰੀਰ ਨੂੰ ਰੋਗ ਲੱਗਾ, ਉਹੀ ਸਰੀਰ ਖਤਮ ਹੋਇਆ, ਕਿਸੇ ਸਾਂਭਿਆ ਵੀ ਨਾ। ਕਹਿੰਦੇ ਗਰਭ ਕਰਤਾ ਹੈ ਦੇਖੋ,
ਉਹ ਸਰੀਰ ਖਤਮ ਹੋਇਆ, ਬਾਹਰ ਸੱਟਿਆ, ਗਲ ਗਿਆ, ਸੜ ਗਿਆ। ਕਹਿੰਦੇ ਨੇ ਉਹਦੀਆਂ ਅੱਖਾਂ ਵਾਲੇ ਜਿਹੜੇ ਖੋਲ ਸਨ, ਇੱਥੇ ਆ ਕੇ ਪੰਛੀਆਂ ਨੇ ਆਂਡੇ ਦਿੱਤੇ। ਤੇ ਕਹਿੰਦੇ ਨੇ ਮੈਂ ਦੇਖ ਕੇ ਆਪ ਵੇਖ ਕੇ ਕਹਿਣਾ ਲੋਕੋ ਮੇਰਾ ਤਜਰਬਾ ਜੇ ਜਿਨ ਲੋਇਣ ਜਗ ਮੋਹਿਆ। ਹੁਣ ਮੈਂ ਅਰਜ਼ ਕਰਨ ਲੱਗਾ, ਗਰਭ ਕਰਤਾ ਹੈ ਦੇਖੋ, ਜਿਨ੍ਹਾਂ ਅੱਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਤੱਕਦੇ ਰਹਿੰਦੇ ਸਨ। ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਮੈਂ ਡਿੱਠ ਕਹਿੰਦੇ ਨੇ ਮੈਂ ਦੇਖੇ, ਸੁਣੇ ਨਹੀਂ। ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ, ਜਿਹੜੀ ਸੁਰਮੇ ਦੀ ਧਾਰੀ ਨਹੀਂ ਸਨ ਸਹਿ ਸਕਦੇ। ਪਿਆਰਿਓ, ਅੱਜ ਪੰਖੀ ਸੋਏ ਬਹਿਠ, ਉਹਨਾਂ ਵਿੱਚ ਆ ਕੇ ਅੱਖਾਂ ਦੀਆਂ ਖੋੜਾਂ ਵਿੱਚ, ਖਾਲੀ ਥਾਂ ਵਿੱਚ ਆ ਕੇ ਪੰਛੀਆਂ ਨੇ ਆਂਡੇ ਦਿੱਤੇ ਨੇ। ਤੇ ਪੁੱਛਣਾ ਵੀ ਅੱਜ ਇਹ ਸੁਹਾਪਣ ਕਿੱਥੇ ਚਲਾ ਗਿਆ? ਖਿਲ ਲੱਗਾ ਉਹ ਜਿਸਮ ਖਤਮ ਹੋ ਗਿਆ। ਮੈਂ ਫਿਰ ਅਰਜ਼ ਕਰਾਂ, ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਹਿਠ। ਉਹਦੇ ਵਿੱਚ ਆ ਕੇ ਪੰਛੀਆਂ ਨੇ ਆਂਡੇ ਦੇ ਦਿੱਤੇ। ਬਾਬਾ ਜੀ ਕਹਿੰਦੇ ਆ ਇੰਨੀ ਕੁ ਖੇਡ ਹੈ। ਇਹਨਾਂ ਦਾ ਇੱਕ ਹੋਰ ਬਚਨ ਹੈ, ਉਹ ਵੀ ਮੈਂ ਆਪ ਨਾਲ ਸਾਂਝਾ ਕਰਦੇ ਹਾਂ, ਕਿਉਂਕਿ ਜਿੰਨੀ ਦੇਰ ਤੱਕ ਜਿਸਮ ਹੈ ਤੇ ਜਦੋਂ ਜੋਬਨ, ਪੈਸਾ, ਸੁੰਦਰਤਾ, ਲੋਕਾਂ ਦੀ ਵਾਹ 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 ਵਾਹ, ਦੁਨੀਆ ਦਾ ਹਜੂਮ ਪਿੱਛੇ ਹੁੰਦਾ ਹੈ, ਉਦੋਂ ਇਨਸਾਨ ਛੇਤੀ ਕੀਤਿਆ ਕੋਈ ਗਿਆਨ ਦੀ ਗੱਲ ਸਮਝਦਾ ਵੀ ਨਹੀਂ ਨਾ। ਉਦੋਂ ਉਹਨੂੰ ਸਮਝ ਕੋਈ ਨਹੀਂ ਪੈਂਦੀ। ਉਦੋਂ ਸਿਰਫ ਉਹ ਜੋ ਬੋਲ ਰਿਹਾ ਉਹੀ ਆਖਰੀ ਸੱਤ ਤੇ ਉਹੀ ਆਖਰੀ ਜੱਜਮੈਂਟ, ਉਹੀ ਫੈਸਲਾ। ਬਾਬਾ ਸਾਹਿਬ ਦਾ ਇਹਦੇ ਨਾਲ ਇਨ ਬਿਨ ਮਿਲਦਾ ਇੱਕ ਸਲੋਕ ਹੋਰ ਹੈ। ਇੱਥੇ ਤਾਂ ਜ਼ਿਕਰ ਕੀਤਾ ਅੱਖਾਂ ਦਾ। ਉਸ ਮਹਾਨ ਦਰਵੇਸ਼ ਨੇ ਇੱਕ ਸਲੋਕ ਵਿੱਚ ਕਿਹਾ ਕਿ ਰਾਤ ਨੂੰ, ਮੈਂ ਇਹ ਵੀ ਉਦਾਹਰਨ ਜੋ ਉਹਨਾਂ ਬਚਨ ਕੀਤਾ ਕਿ ਰਾਤ ਨੂੰ ਇਨਸਾਨ ਸੌਂਦਾ ਹੈ, ਬਿਸਤਰਾ ਵਿਛਾਉਂਦੇ ਆ, ਦਰੀ ਵਿਛਾਉਂਦੇ ਆ, ਤੇ ਨੌਕਰ ਵਿਛਾਉਣ ਵਾਲਾ ਸਭ ਕੁਛ। ਉਹਨੇ ਬਿਸਤਰਾ ਵਿਛਾਇਆ ਜਾਂ ਦਰੀ ਵਿਛਾਈ, ਚਾਦਰ ਦੇ ਵਿੱਚ ਵੱਟ ਰਹਿ ਗਿਆ। ਉਹ ਇਨਸਾਨ ਪਾਸੇ ਮਾਰਦਾ ਰਾਤ ਭਰ, ਕਹਿੰਦਾ ਵੀ ਮੈਨੂੰ ਨੀਂਦ ਨਹੀਂ ਆਈ। ਤੇ ਸਵੇਰੇ ਨੌਕਰ ਨੂੰ ਝਿੜਕਦਾ ਵੀ ਹੈ, ਜਿਵੇਂ ਉਹ ਸੁਰਮਾ ਪੀਟਣ ਵਾਲੀ ਨੌਕਰਾਨੀ ਨੂੰ ਝਿੜਕਿਆ। ਉਹਨੂੰ ਝਿੜਕ ਕੇ ਕਹਿੰਦਾ ਤੈਨੂੰ ਅਕਲ ਨਹੀਂ, ਮੈਂ ਸਾਰੀ ਰਾਤ ਪਾਸੇ ਮਾਰਦਾ ਰਿਹਾ, ਇਸ ਵੱਟ ਨੇ, ਬਸਤਰ ਦੇ ਵੱਟ ਨੇ, ਚਾਦਰ ਦੇ ਵੱਟ ਨੇ ਮੈਨੂੰ ਸੌਣ ਨਹੀਂ ਦਿੱਤਾ। ਕਹਿੰਦੇ ਨੌਕਰ ਵਿਚਾਰਾ ਨੀਵੀਂ ਪਾ ਕੇ ਸਭ ਕੁਝ ਸੁਣੀ ਗਿਆ। ਤੇ ਉਹ ਸਭ ਨੂੰ ਦੱਸਦਾ ਅੱਜ ਤਾਂ ਪਾਸੇ ਮਾਰਦਿਆਂ ਰਾਤ ਲੰਘੀ, ਮੈਂ ਟਿਕ ਨਹੀਂ ਸਕਿਆ। ਬਾਬਾ ਸਾਹਿਬ ਕਹਿੰਦੇ ਮੈਂ ਉਹਨੂੰ ਵੀ ਦੇਖਿਆ। ਇਹ ਸਮਝਾਉਣ ਵਾਸਤੇ ਨੇ ਗੱਲਾਂ ਪਿਆਰਿਓ ਕਿ ਇਹ ਮਨਵਾ ਕਿਤੇ ਸਮਝ ਜਾਏ। ਕਹਿੰਦੇ ਮੈਂ ਉਹਨੂੰ ਵੀ ਦੇਖਿਆ। ਬਾਬਾ ਜੀ ਕੀ ਦੇਖਿਆ? ਕਹਿਣ ਲੱਗੇ ਜਿਹੜਾ ਬੰਦਾ ਇੱਕ ਬਿਸਤਰੇ ਦਾ ਵੱਟ ਨਹੀਂ ਸੀ ਸਹਾਰ ਸਕਦਾ, ਅੱਜ ਛਿਨ ਲੱਗਾ ਜਦੋਂ ਤਨ ਵਿੱਚੋਂ ਹੰਸ ਨੇ ਉਡਾਰੀ ਮਾਰੀ। ਕਹਿੰਦੇ ਉਸੇ ਬੰਦੇ ਨੂੰ ਜ਼ਮੀਨ ਦੇ ਵਿੱਚ ਕਬਰ ਪੱਟ ਕੇ ਲਿਟਾ ਦਿੱਤਾ, ਸਰਾਣੇ ਇਹਦੇ ਇੱਟ ਰੱਖ ਦਿੱਤੀ, ਉੱਤੇ ਮਣਾ ਮੂੰਹ ਮਿੱਟੀ ਇਹਦੇ ਤਨ ਤੇ ਪਾ ਦਿੱਤੀ। ਲੋਕ ਘਰਾਂ ਨੂੰ ਚਲੇ ਗਏ। ਕਹਿੰਦੇ ਨੇ ਜ਼ਮੀਨ ਦੇ ਵਿੱਚੋਂ ਕੋਈ ਸਮੇਂ ਬਾਅਦ ਕੀੜੇ ਨਿਕਲੇ, ਇਸੇ ਬੰਦੇ ਦੇ ਜਿਸਮ ਨੂੰ, ਇਹਦੇ ਤਨ ਨੂੰ ਨੋਚ ਨੋਚ ਕੇ ਖਾਣ ਲੱਗੇ। ਕਹਿੰਦੇ ਮੈਂ ਕਬਰ ਤੇ ਖਲੋ ਕੇ ਪੁੱਛਣਾ, ਉਹ ਬੰਦਿਆ ਤੂੰ ਉਹੀ ਸੈਂ ਨਾ, ਤੂੰ ਉਹੀ ਇਨਸਾਨ ਨਹੀਂ ਜਦੋਂ ਜਿਸਮਾਨੀ ਤੌਰ ਤੇ ਕਾਇਮ ਸੈਂ, ਤੇ ਤੂੰ ਇੱਕ ਕੱਪੜੇ ਦਾ ਵੱਟ ਨਹੀਂ ਸੈਂ ਸਹਾਰਦਾ। ਕਹਿੰਦਾ ਸਾਂ ਮੈਂ ਪਾਸੇ ਬਦਲਦਾ ਰਿਹਾ, ਪਰ ਅੱਜ ਤੇਰੇ ਸਰਾਣੇ ਇੱਟ ਜਿਹੜੇ ਘਰ ਦੇ ਰੱਖ ਗਏ, ਉਸੇ ਤਰ੍ਹਾਂ ਤੇਰਾ ਸਿਰ ਉੱਤੇ ਇੱਟ ਤੇ ਹੈ। ਜਿਹੜੇ ਪਾਸੇ ਤੈਨੂੰ ਕਬਰ 'ਚ ਪਾ ਕੇ ਗਏ ਤੂੰ ਉਸੇ ਪਾਸੇ ਹੈ। ਅੱਜ ਮੈਨੂੰ ਦੱਸ, ਤੇਰੇ ਜਿਸਮ ਨੂੰ ਕੀੜੇ ਨੋਚ ਕੇ ਖਾਂਦੇ ਨੇ, ਤੂੰ ਪਾਸਾ ਕਿਉਂ ਨਹੀਂ ਬਦਲਦਾ ਪਿਆ? ਅੱਜ ਪਾਸੇ ਨਹੀਂ ਮਾਰਦਾ ਪਿਆ? ਬਾਬਾ ਸਾਹਿਬ ਦਾ ਬਚਨ ਹੈ, ਇੱਟ ਸਰਾਣੇ ਭੋਏ ਸਵਣ। ਇੱਟ ਦਾ ਸਰਾਣਾ ਕੀਤਾ, ਜ਼ਮੀਨ ਤੇ ਪੈ ਗਿਆ। ਕੀੜਾ ਲੜਿਓ ਮਾਸ, ਜ਼ਮੀਨ ਦੇ ਵਿੱਚੋਂ ਨਿਕਲੇ ਹੋਏ ਕੀੜੇ ਜਿਹੜੇ ਨੇ ਮਾਸ ਨੋਚਣ ਲੱਗੇ। ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ। ਉਦੋਂ ਤਾਂ ਸਿਰਫ 5-7 ਘੰਟੇ ਜਾਂ 4 ਪਹਿਰ ਰਾਤ ਸੀ, ਹੁਣ ਤਾਂ ਮੁੱਦਤਾਂ ਹੋ ਗਈਆਂ ਜਿਹੜੇ ਕਬਰਾਂ 'ਚ ਪਏ ਨੇ ਅਮੀਰ। ਮਹਾਰਾਜ ਬਾਬਾ ਸਾਹਿਬ ਕਹਿੰਦੇ ਅੱਜ ਪਾਸੇ ਕਿਉਂ ਨਹੀਂ ਬਦਲਦੇ? ਇੱਟ ਸਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ। ਇਕਤ ਪਿਆ ਪਾਸ, ਇੱਕੇ ਪਾਸੇ ਪਏ ਨੇ। ਕਿੰਨਾ ਸਮਾਂ ਲੰਘ ਗਿਆ ਪਿਆਰਿਓ, ਅੱਜ ਉਹ ਜਿਸਮ ਖਿਲਦੇ ਕਿਉਂ ਨਹੀਂ?
इस नूं बुल्ले ने कहा, एक रोज़ जहानों जाना है, गर्व करता है देह को। एक रोज़ जहानों जाना है, तेरा गोश्त कीड़ियां खाना है, ए जिसम नूं खाधे जाना है ने। एक रोज़ जहानों जाना है, एक रोज़ जहानों जाना है, तेरा गोश्त कीड़ियां खाना है। कर चेता मर्ग विसार नहीं, उठ जा कुराड़े मार नहीं। इन्हां संतां ने, भगतां ने, दरवेशां ने सिर्फ इक्को गल कूक कूक के कही, ਜਿਹੜੀ ਗੱਲ ਬੰਦੇ ਨੂੰ ਮਰਨ ਲੱਗਿਆਂ ਕਿਤੇ ਥੋੜੀ ਜੀ ਚੇਤੇ ਆਉਂਦੀ ਏ, ਇਸ ਗੱਲ ਦਾ ਜ਼ਿਕਰ ਸੰਤ ਫਕੀਰ ਦਰਵੇਸ਼ ਗੁਰੂ ਉਹ ਬੰਦੇ ਦੇ ਜਨਮ ਵੇਲੇ ਕਰ ਦਿੰਦੇ ਆ। ਮਹਾਰਾਜ ਨੇ ਕਿਹਾ ਬਸ ਇਹ ਇੰਨੀ ਕੁ ਤੇਰੀ ਖੇਡ ਹੈ ਜਿਸਮ ਦੀ। 2-3 ਬਚਨ ਨੇ, ਕਬੀਰ ਸਾਹਿਬ ਜੀ ਦਾ ਬਚਨ ਹੈ। ਉਹਨਾਂ ਨੇ ਸੁੰਦਰਤਾ ਦਾ ਖਾਸ ਕਰਕੇ ਕਿ ਬੰਦੇ ਕੋਲ ਜਦੋਂ ਸੁੰਦਰਤਾ ਹੁੰਦੀ, ਪਿਆਰਿਓ ਇਸ ਨੂੰ ਮਹਿਸੂਸ ਨਾ ਕਰਿਓ ਕਿ ਇਨਸਾਨ ਰਤੀ ਜਿੰਨਾ ਵੀ ਕੋਈ ਚੀਜ਼ ਬਰਦਾਸ਼ਤ ਨਹੀਂ ਕਰ ਸਕਦਾ। ਇੱਥੋਂ ਤੱਕ ਕਿ ਰੇਤ ਮਿੱਟੀ ਦਾ ਕਿਣਕੇ ਲੱਗ ਜਾਣ, ਉਹ ਰੇਤ ਦੇ ਕਣ ਵੀ ਬਰਦਾਸ਼ਤ ਨਹੀਂ, ਮਿੱਟੀ ਦੇ ਜ਼ਰਰੇ ਵੀ ਬਰਦਾਸ਼ਤ ਨਹੀਂ। ਦਰਵੇਸ਼ਾਂ ਦੇ ਵਿੱਚ ਇੱਕ ਬੜੀ ਸੋਹਣੀ ਕਹਾਣੀ ਹੈ। ਕਹਿੰਦੇ ਨੇ ਇੱਕ ਬੰਦਾ ਦਰਵੇਸ਼ ਰੱਬ ਦੇ ਰੰਗ 'ਚ ਰੱਤਾ, ਉਹ ਆਪਣੀ ਮੌਜ 'ਚ ਰਹਿੰਦਾ ਸੀ, ਬਹੁਤ ਘੱਟ ਲੋਕਾਂ ਨੂੰ ਮਿਲਦਾ ਸੀ, ਤੇ ਜਦੋਂ ਕੋਈ ਮਿਲਣ ਜਾਂਦਾ ਸੀ ਇਹ ਵੀ ਪਤਾ ਨਹੀਂ ਉਹਨੇ ਜ਼ਬਾਨ ਤੋਂ ਕੀ ਬੋਲ ਦੇਣਾ। ਉਂਝ ਵੈਸੇ ਦਰਵੇਸ਼ੀ ਦਾ ਸਵਾਦ ਵੀ ਆਪਣਾ ਪਿਆਰਿਓ। ਪਰਮੇਸ਼ਵਰ ਕਿਸੇ ਦੇ ਧੁਰ ਅੰਦਰ ਦਰਵੇਸ਼ ਲਫ਼ਜ਼ ਹੈ ਅਸਲ 'ਚ ਫਾਰਸੀ ਦਾ ਦਰਵੇਜ਼, ਦਰਵੇਸ਼ ਤੋਂ ਹੈ ਦਰਵੇਸ਼। ਦਰਵੇਜ਼ ਦਾ ਅਰਥ ਹੈ ਦਰਵਾਜ਼ੇ ਉੱਤੇ ਲਟਕਿਆ ਹੋਇਆ। ਇਹਦੇ ਅਰਥ ਕਰਾਂਗੇ ਜਿਹੜਾ ਆਪਣੇ ਮਹਿਬੂਬ ਦੇ ਬੂਹੇ ਉੱਤੇ ਡਿੱਗਾ ਹੈ, ਉਹ ਆਪਣੀ ਮੌਜ 'ਚ ਬੈਠਾ ਹੈ। ਬਾਦਸ਼ਾਹ ਦੇ ਮਨ 'ਚ ਆਇਆ ਕਿ ਚਲੋ ਅੱਜ ਦਰਵੇਸ਼ ਦੇ ਦੀਦਾਰ ਹੀ ਕਰੀਏ, ਪਰ ਇਹ ਵੀ ਕਿਹਾ ਬੰਦਾ ਨਹੀਂ ਕੋਈ ਨਾਲ ਲੈ ਕੇ ਜਾਣਾ, ਕਿਉਂਕਿ ਉਹਦਾ ਪਤਾ ਕੋਈ ਨਹੀਂ ਕਿਸ ਮੂੜ ਚੋਣ ਕੀ ਕੁਝ ਬੋਲਦੇ ਨੇ, ਤੇ ਇਸ ਕਰਕੇ ਇਕੱਲਾ ਚਲਾ ਗਿਆ। ਤੇ ਦਰਵੇਸ਼ ਆਪਣੀ ਕੁੱਲੀ ਤੋਂ ਬਾਹਰ ਨਿਕਲਿਆ ਤੇ ਉਹ ਸਾਹਮਣੇ ਚਟਾਈ ਵਸਾਈ ਸੀ ਉਹਨੇ, ਚਟਾਈ ਛੋਟੀ ਜੀ ਸੱਪ ਜਿਹੜੀ ਹੈ ਜਿੱਥੇ ਲੋਕ ਬੈਠਦੇ ਆ। ਇੱਕ ਦਰਵੇਸ਼ ਤੇ ਇੱਕ ਉਹਦਾ ਨੌਕਰ, ਇਹ ਵਾਹਿਗੁਰੂ ਸੇਵਾਦਾਰ। ਦਰਵੇਸ਼ ਬੈਠਾ ਤੇ ਸੇਵਾਦਾਰ ਨੂੰ ਕਹਿੰਦਾ ਕੰਮ ਕਰ ਓਏ। ਹੈ ਉਹ ਅੰਤਰਜਾਮੀ ਜਾਣਨ ਵਾਲਾ ਬੰਦਾ, ਪਖੰਡੀ ਨਹੀਂ। ਕਹਿੰਦਾ ਜਿਹੜੀ ਅੱਜ ਆ ਚਟਾਈ ਜਿਹੜੀ ਸਭ ਸਾਹਮਣੇ ਵਿਛਾਈ ਹੈ ਨਾ, ਇਹਨੂੰ ਲਪੇਟ ਕੇ ਅੰਦਰ ਰੱਖ ਦੇ। ਉਹ ਸੇਵਾਦਾਰ ਕਹਿੰਦਾ ਬਾਬਾ ਕਿ ਇਹ ਤਾਂ ਆਪਾਂ ਵਿਛਾਈਏ, ਕੋਈ ਬੰਦਾ ਆ ਹੀ ਜਾਂਦਾ ਬੈਠਣ ਵਾਲਾ। ਕਹਿੰਦਾ ਨਹੀਂ, ਅੱਜ ਜਿਹੜਾ ਆਉਂਦਾ ਪਿਆ ਉਹਦੇ ਲਈ ਚਟਾਈ ਦੀ ਲੋੜ ਨਹੀਂ, ਇਹ ਸਭ ਨੂੰ ਵਲੇਟ। ਉਹਨੇ ਉਹ ਲਪੇਟ ਕੇ ਅੰਦਰ ਰੱਖ ਦਿੱਤੀ। ਇੰਨੀ ਦੇਰ ਨੂੰ ਬਾਦਸ਼ਾਹ ਆ ਗਿਆ। ਦਰਵੇਸ਼ ਨੇਤਰ ਮੁੰਦ ਕਰਕੇ ਬੈਠ ਗਿਆ। ਬਾਦਸ਼ਾਹ ਨੇ ਆ ਕੇ ਸਲਾਮ ਕਿਹਾ ਤੇ ਫਕੀਰ ਨੇ ਬੋਲਿਆ ਨਹੀਂ, ਹੱਥ ਨਾਲ ਇਸ਼ਾਰਾ ਕੀਤਾ ਬੈਠ ਜਾ। ਤੇ ਉਹਦਾ ਆਪਣਾ ਹੰਕਾਰ ਸੀ ਕਿ ਮੈਂ ਬਾਦਸ਼ਾਹ ਹਾਂ। ਉਹਨੇ ਦੁਬਾਰਾ ਫਿਰ ਸਲਾਮ ਕਿਹਾ। ਉਹਨੇ ਫਿਰ ਦੋਵਾਂ ਹੱਥਾਂ ਨਾਲ ਇਸ਼ਾਰਾ ਕੀਤਾ ਵੀ ਇਹਦਾ ਮਤਲਬ ਬੈਠ ਜਾ। ਉਹਨੇ ਤੀਸਰੀ ਵਾਰੀ ਰਿਹਾ ਨਾ ਗਿਆ, ਉਹਨੇ ਇਹ ਕਹਿ ਦਿੱਤਾ ਫਲਾਣਾ ਮੈਂ ਬਾਦਸ਼ਾਹ ਹਾਂ, ਮੈਂ ਸਲਾਮ ਕਰਨਾ। ਦਰਵੇਸ਼ ਨੇ ਅੱਖਾਂ ਖੋਲੀਆਂ, ਕਹਿੰਦਾ ਮੈਂ ਤੇਰੀ ਆਵਾਜ਼ ਪਹਿਚਾਨ ਲਈ ਹੈ, ਤੈਨੂੰ ਦੱਸਣ ਦੀ ਲੋੜ ਨਹੀਂ, ਤੇ ਮੈਂ ਤੈਨੂੰ 2 ਵਾਰੀ ਇਸ਼ਾਰਾ ਕੀਤਾ ਬੈਠ ਜਾ। ਉਹਦੇ ਮਨ ਨੂੰ ਆਇਆ ਮੈਂ ਬੈਠਾਂ ਕਿੱਥੇ, ਨਾ ਮੇਰੇ ਬੈਠਣ ਵਾਸਤੇ ਕੋਈ ਸਫ਼, ਨਾ ਕੋਈ ਮੂੜਾ, ਮੈਂ ਕਿੱਥੇ ਬੈਠਾਂ। ਉਹਨੇ ਕੀ ਕੀਤਾ ਜੀ, ਕੀਮਤੀ ਪੁਸ਼ਾਕ ਸੀ ਪਾਈ। ਉਹਨੇ ਆਪਣਾ ਚੋਲਾ, ਆਪਣੀ ਪੁਸ਼ਾਕ ਨੂੰ ਸੰਕੋਚਿਆ ਅਗਲੇ ਪਾਸੇ ਕਰਕੇ, ਉਹ ਨਿੱਠ ਕੇ ਬਹਿਣ ਦੀ ਥਾਂ ਤੇ ਪੈਰਾਂ ਭਾਰ ਬੈਠ ਗਿਆ। ਇਹ ਨਿੱਠ ਕੇ ਬਹਿਣਾ ਤੇ ਪੈਰਾਂ ਭਾਰ ਬੈਠਣਾ ਇਹ ਸਮਝਦੇ ਨੇ ਸਿਆਣੇ ਲੋਕ, ਜਿਹਨੂੰ ਆਪਾਂ ਚੌਂਕੜੀ ਕਹਿੰਦੇ ਆ। ਨਿੱਠ ਕੇ ਬਹਿ ਜਾਣਾ ਤੇ ਪੈਰਾਂ ਭਾਰ ਦਾ ਅਰਥ ਹੈ ਕਿ ਸਿਰਫ ਪੈਰ ਜ਼ਮੀਨ ਤੇ ਲੱਗੇ ਰਹਿਣੇ, ਬਾਕੀ ਜਿਸਮ ਨਹੀਂ। ਉਹ ਪੈਰਾਂ ਭਾਰ ਬੈਠ ਗਿਆ ਇਸ ਕਰਕੇ ਕਿ ਮੇਰਾ ਚੋਲਾ ਬੜਾ ਕੀਮਤੀ ਹੈ, ਮਿੱਟੀ ਨਾਲ ਭਰਿਆ ਨਾ ਜਾਏ। ਇਸ ਦਰਵੇਸ਼ ਨੂੰ ਕੀ ਪਤਾ ਇਸ ਪੁਸ਼ਾਕ ਦਾ, ਇਹ ਤਾਂ ਪਾਣ ਵਾਲਾ ਖਫਣੀ।
ਜਦੋਂ ਆਪਣਾ ਚੋਲਾ ਲਪੇਟ ਕੇ ਉਹ ਪੈਰਾਂ ਭਾਰ ਬੈਠਾ ਤੇ ਦਰਵੇਸ਼ ਤਾੜੀ ਮਾਰ ਕੇ ਹੱਸਣ ਲੱਗ ਪਿਆ। ਉਹਨੇ ਹੱਸਦੇ ਹੋਏ ਆਵਾਜ਼ ਦਿੱਤੀ, ਨੌਕਰ ਨੂੰ ਕਹਿੰਦਾ, ਆਓ ਭੱਜ ਕੇ, ਅੱਜ ਮੈਂ ਤੈਨੂੰ ਤਮਾਸ਼ਾ ਦਿਖਾਣਾ। ਨਾਲੇ ਤਾੜੀ ਮਾਰ ਕੇ ਹੱਸਿਆ, ਨਾਲੇ ਕਹਿੰਦਾ, ਆ ਮੈਂ ਤਮਾਸ਼ਾ ਦਿਖਾਵਾਂ। ਬਾਦਸ਼ਾਹ ਸੋਚਦਾ, ਇੱਕ ਮੈਂ ਖਾਂ, ਇੱਕ ਦਰਵੇਸ਼, ਇਹ ਤੀਜਾ ਨੌਕਰ ਏ, ਇਹ ਤਮਾਸ਼ਾ ਕਿਹਦਾ ਬਣਦਾ ਪਿਆ? ਕਿਹੜਾ ਤਮਾਸ਼ਾ? ਇੱਕੋ ਦਮ ਸੋਚਿਆ ਜ਼ਰੂਰ, ਫੁਰਨਾ ਜ਼ਰੂਰ ਉੱਠਿਆ, ਪਰ ਇਹ ਨਹੀਂ ਸੋਚਿਆ ਮੇਰਾ ਬਣ ਰਿਹਾ। ਨੌਕਰ ਆਇਆ, ਕਹਿੰਦਾ, ਬਾਬਾ ਦੱਸ। ਉਸ ਦਰਵੇਸ਼ ਨੇ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ, ਕਹਿੰਦਾ, ਬੇਟਾ ਦੇਖ, हज़रत इंसान का कैसा तकब्बर तेज है, देख एदी ताकत, देख एदी शानो शौकत। हज़रत इंसान का कैसा तकब्बर तेज है, खाक का पुतला बना मगर खाक से परहेज है। ये बंदे नू देखे ना मान, खाक का पुतला बना। हज़रत इंसान का कैसा तकब्बर तेज है, खाक का पुतला बना मगर खाक से परहेज है। जिस मिट्टी चो पैदा होया उस मिट्टी तो नफरत करदा, इनू चोला चंगा लगदा पिया, मिट्टी नहीं समझदा। उन्हें क्या जी, बादशाह अंदरों खिल गया। उन्हें उपदेश देने ने क्या, सुल्तान ये खाक उभरी हुई खाक है, गर्व करता है, देखो ये खाक उभरी हुई खाक है, गिर पड़ी तो भी खाक है, फिर इस खाक का इतना गुरूरो नाज क्यों? जेड़ी जिस्म है ये सचमुच मिट्टी उभरी है, इस मिट्टी ने मिट्टी च मिल जाना है। बादशाह नूं समझ पै गई। सिर्फ गल इन्नी कुछ समझाने लई बस्तर दा, तन दा, जिस्म दा, पदवी दा, महाराज कहते एक खिन लगदा है। गुरु ग्रंथ साहिब विचों मैं बेनती करा, भगत कबीर साहिब ने कहा कि जिस देही दा तू हंकार करना है, कबीर गर्भ ना कीजिए चाम लपेटे हाड़। इस हड्डियां दे ढांचे ते रब ने स्किन दा, चमड़ी दा कपड़ा लपेटिया होए, ते इस कपड़े ने वेख उड़ना किवें है। कबीर गर्भ ना कीजिए चाम लपेटे हाड़, है वर ऊपर छतर तर ते फुन धरनी गाड़। इस श्लोक दे थोड़े जे अर्थ कि इस जिस्म दा मान मत कर, हड्डियां दे उत्ते चम दा कपड़ा लपेटिया है। महाराज कह रहे ने, कबीर गर्भ ना कीजिए चाम लपेटे हाड़, है वर ऊपर घोड़ियां दे उत्ते बहन वाले, छतर तर ते सोने दे छतर दे थले रहन वाले। महाराज कहते ते फुन धरनी गाड़, वो बंदे एक दिन जमीन दे विच, कबर दे विच गढ़ दिते गए। खिन लगा। उन्हां दा दूसरा एक वचन है, वो जदों दे, क्योंकि सबजैक्ट है गर्भ करता है देह को, मैं उससे बेनती कर रहा। सप ਉਹਦੇ ਉੱਤੇ ਕੁੰਜ ਹੁੰਦੀ ਹੈ ਤੇ ਉਹ ਕਾਂਚੁਰੀ ਕਿੰਨਾ ਕੁ ਚਿਰ ਰਹਿੰਦੀ ਹੈ ਜੀ। ਸੱਪ ਜਿੱਥੇ ਜਾਂਦਾ ਉਹ ਕੁੰਜ ਹੈ, ਪਰ ਇੱਕ ਦਿਨ ਐਸਾ ਆਉਂਦਾ ਕੁੰਜ ਕਿਤੇ ਛੱਡ ਜਾਂਦਾ, ਸੱਪ ਕਿਤੇ ਚਲਾ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ, ਜਿਹੜੀ ਆ ਚਮੜੀ ਦਾ ਰੰਗ ਚਿੱਟਾ ਜਾਂ ਦੂਜਾ ਤੀਜਾ ਤੂੰ ਇਹਦੇ ਪਿੱਛੇ ਮਰਨਾ ਫਿਰਨਾ, ਇਹ ਸੱਪ ਤੇ ਪਾਈ ਹੋਈ ਕੁੰਜ ਹੈ। ਇਹਦਾ ਮਤ ਮਾਨ ਕਰ। जे कुंज लैके सप मान करे मेरी कुंज, किन्ने क दिन उस कंचरी नूं रखेगा। कुंज किते रुलदी है, सप किते चला जाता है। आ मना, जिस चमड़ी दी कुंज लैके तू बैठा है, एक दिन आना है, अंदर वाला आत्मा किते चला जाना है। इस कुंज नूं, इस कंचरी नूं लोकां ने चुक के फूक देना है। कबीर गर्भ ना कीजिए देही देख सुरंग। इस सोहनी देही नूं देख के हंकार ना कर। कबीर गर्भ ना कीजिए देही देख सुरंग, आज काल पोए लेटना, अज जे कल जमीन ते लेट जाना है। ये भी बचन, कबीर गर्भ ना कीजिए देही देख सुरंग, आज काल तज जाओगे ज्यों कांचुरी पुयंग। क्योंकि श्लोक इकट्ठे होंदे ने कि जिवें ये श्लोक ये भी है, कबीर गर्भ ना कीजिए ऊंचा देख आवास, आज काल पोए लेटना ऊपर जामे कास। ਇਹਦੇ ਨਾਲ ਕਹ, ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉਂ ਕਾਂਚੁਰੀ ਭੁਜੰਗ। ਜਿਵੇਂ ਸੱਪ ਕੁੰਜ ਛੱਡ ਜਾਂਦਾ ਹੈ, ਇਸ ਕਰਕੇ ਇਸ ਦੇਹ ਨੂੰ ਇੱਕ ਦਿਨ ਛੱਡ ਜਾਣਾ।
एक होर उदाहरण दे दियां। मैं बेनती की आ भादों के महीने च ना जी पिंडां च मींह पै के जो हटदा है ना, तो जिथे रूड़ी इकट्ठी हुंदी सी ਉਹਦੇ ਵਿੱਚੋਂ रूड़ी ਵਿੱਚੋਂ ਨਿੱਕੀਆਂ ਨਿੱਕੀਆਂ ਖੁੰਬਾਂ ਨਿਕਲਦੀਆਂ ਨੇ, ਖੁੰਬਾਂ ਨਿੱਕੀਆਂ ਨਿੱਕੀਆਂ, ਤੇ ਉਹ ਛਤਰੀ ਜੀ ਬੜੀ ਸੋਹਣੀ ਲੱਗਦੀ। ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਨੇ ਦੇਖਿਆ ਤੇ ਉਹਨਾਂ ਨੇ ਬਚਨ ਬਾਣੀ ਵਿੱਚ ਦਰਜ ਕੀਤਾ। ਅਰਥ ਹੋ ਰਹੇ ਨੇ ਕਬੀਰ ਨੇ ਵਾਹਿਗੁਰੂ ਜੀ ਮਹਾਰਾਜ ਨੇ ਕਿਹਾ ਗਰਭ ਕਰਤਾ ਹੈ ਦੇ ਕੋ ਬਿਨ ਸਹਿ ਛਿਨ ਮੈਂ ਮੀਤ। ਉਹ ਛੋਟੀ ਜੀ ਖੁੰਬ ਬਾਹਰ ਨਿਕਲੀ, ਬੜੀ ਸੋਹਣੀ ਲੱਗਦੀ ਜੀ, ਉਹ ਮੁਲਾਇਮ ਕੋਮਲ ਚਿੱਟੀ, ਤੇ ਜਦੋਂ ਥੋੜ੍ਹੇ ਜਿਹੀਆਂ ਕਿਰਨਾਂ ਪਈਆਂ ਵੇਖਦਿਆਂ ਵੇਖਦਿਆਂ ਉਹ ਸੜ ਗਈ ਉਸੇ ਰੂੜੀ ਤੇ। ਰਵਿਦਾਸ ਸਾਹਿਬ ਜੀ ਨੇ ਦੇਖਿਆ ਤੇ ਉਸ ਸੜੀ ਕੋਈ ਕੁੰਜ ਵਾਹਿਗੁਰੂ ਦੇਖ ਕੇ ਖੁੰਬ ਵੱਲ ਉਹਨਾਂ ਨੇ ਸ਼ਬਦ ਵਰਤਿਆ, ਕਹਿਣ ਲੱਗਿਓ ਮਨਾ ਆ ਖੁੰਬ ਤਾਂ 4 ਘੰਟੇ ਕੱਢ ਗਈ ਜਾਂ ਇੱਕ ਪੈਰ 3 ਘੰਟੇ ਕੱਢ ਗਈ। हे ਕਮਲੀਏ ਕਾਇਆ ਤੇਰੀ ਜਿਹੜੀ ਮਿਆਦ ਹੈ ਇਹ ਖੁੰਬ ਤੋਂ ਵੀ ਥੋੜੀ ਹੈ, ਕਾਹਦਾ ਹੰਕਾਰ ਕਰਨੀ ਹੈ। ਬਾਬਾ ਸਾਹਿਬ ਜੀ ਦੇ ਭਗਤ ਜੀ ਦੇ ਬਚਨ ਨੇ, ਤੂੰ ਕਾਹੇ ਗਰਭ ਹੈ ਬਾਵਲੀ ਜੈਸੇ ਭਾਦੋ ਖੁੰਬ ਰਾਏ ਤੂੰ ਤਿਸ ਤੇ ਖਰੀ ਉਤਾਵਲੀ। ਖੁੰਬ ਤੇ ਜਾਂਦਿਆਂ ਟਾਈਮ ਲੱਗੇਗਾ, ਤੇਰੇ ਜਾਂਦਿਆਂ ਤਾਂ ਵਕਤ ਹੀ ਕੋਈ ਨਹੀਂ ਲੱਗਣਾ। ਅੱਜ ਭਗਤ ਜੀ ਨੇ ਕਿਹਾ ਕਿ ਦੇਖੋ ਇਹ ਦੇਹੀ ਮਰਜ਼ ਵਰਤੀ ਕੁੰਜ ਦੀ ਤਰ੍ਹਾਂ। ਭਗਤ ਜੀ ਨੇ ਕਿਹਾ ਹੱਡੀਆਂ ਉੱਤੇ ਕੱਪੜਾ ਚਮੜੀ ਦਾ ਵਲੇਟਿਆ। ਫਰੀਦ ਸਾਹਿਬ ਨੇ ਕਿਹਾ ਇਹਨੂੰ ਕੀੜੇ ਲੈ ਜਾਣਗੇ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦਾ ਫਿਰ ਮਾਣ ਕਾਹਦਾ ਕਰਨਾ ਹੈ। ਗਰਭ ਕਰਤ ਹੈ ਦੇਹ ਕੋ, ਇਸ ਦੇਹ ਦਾ ਹੰਕਾਰ ਕਰਨਾ। ਬਿਨ ਸਹਿ ਛਿਨ ਮੈਂ ਮੀਤ, ਖਿਨ ਲੱਗਣਾ ਹੈ, ਇਹਨੇ ਬਿਨਸ ਜਾਣਾ ਹੈ, ਇਹਨੇ ਖਤਮ ਹੋ ਜਾਣਾ ਹੈ, ਇਹਨੇ ਮਿਟ ਜਾਣਾ ਹੈ। ਤੇ ਅਗਲਾ ਬਚਨ ਜੇ ਮਿਟਣਾ ਹੈ ਤੇ ਫਿਰ ਕਰੇ ਕੀ, ਕਿਉਂਕਿ ਜਿੱਥੇ ਦੇਹ ਨੂੰ ਗੁਰਬਾਣੀ ਵਿੱਚ ਬੜੀ ਬਖਸ਼ਿਸ਼ ਕੀਤੀ ਮਹਾਰਾਜ ਨੇ, ਨਾਸ਼ਵੰਤਾ ਦਾ ਜ਼ਿਕਰ, ਇਹਦੀ ਵਾਸ਼ਨਾ ਦਾ ਜ਼ਿਕਰ। ਮੈਂ ਉੱਥੇ ਅਗਲੀ ਬੇਨਤੀ ਅੱਜ ਕਰ ਲੱਗਾ ਦੇ ਸ਼ਲੋਕ ਦੀ। ਉੱਥੇ ਮਹਾਰਾਜ ਕਹਿੰਦੇ ਆ ਇਹ ਘੋੜੀ ਹੈ, ਘੋੜੀ ਤੇ ਚੜ੍ਹ ਕੇ ਆਪਣੇ ਮੁਕਾਮ ਤੇ ਸਫ਼ਰ ਤੇ ਪਹੁੰਚ। ਜੇ ਘੋੜੀ ਦੀ ਵਰਤੋਂ ਹੀ ਨਾ ਕੀਤੀ, ਇਹਨੂੰ ਪੱਠੇ ਵੀ ਪਾ ਦਿੱਤੇ, ਦਾਣਾ ਵੀ, ਮੰਨ ਲਓ ਇੱਕ ਬੰਦੇ ਕੋਲ ਘੋੜੀ ਹੈ, ਉਸ ਘੋੜੀ ਦੀ ਉਹ ਦਾਣਾ ਪੱਠਾ ਵੀ ਪਾਉਂਦਾ, ਉਹਨੂੰ ਖਰਕਣਾ ਵੀ ਕਰਦਾ, ਉਹਨੂੰ ਨਵਾਉਂਦਾ ਵੀ, ਉਹਨੂੰ ਪਾਣੀ ਵੀ ਪਿਆਉਂਦਾ, ਤੇ ਕਾਠੀ ਪਾ ਕੇ ਹਾਰ ਸ਼ਿੰਗਾਰ ਕਰਕੇ ਕਿੱਲੇ ਉੱਤੇ ਬੰਨ੍ਹੀ ਛੱਡੇ, ਤੇ ਕੀ ਫਾਇਦਾ ਉਸ ਦਾ। ਮਹਾਰਾਜ ਕਹਿੰਦੇ ਘੋੜੀ ਦਾ ਤਾਂ ਹੀ ਫਾਇਦਾ ਹੈ ਜੇ ਉਹਦੀ ਅਸਵਾਰੀ ਕਰਕੇ ਕਿਸੇ ਮੰਜ਼ਿਲ ਤੇ ਮੁਕਾਮ ਤੇ ਪਹੁੰਚ। ਇਹ ਸਰੀਰ ਤੇਰਾ ਘੋੜੀ ਹੈ, ਤੇਰੇ ਅੰਦਰ ਵਾਲੇ ਆਤਮਾ ਨੇ ਇਹਦੇ ਤੇ ਸਫ਼ਰ ਕਰਨਾ ਹੈ। ਇਸ ਘੋੜੀ ਦੇ ਬਿਨਸਨ ਤੋਂ ਪਹਿਲਾਂ ਪਹਿਲਾਂ ਆਪਣੀ ਮੰਜ਼ਿਲ ਤੇ ਪਹੁੰਚ ਜਾ। ਮਹਾਰਾਜ ਨੇ ਬਾਣੀ 'ਚ ਵੀ ਕਿਹਾ ਦੇ ਤੇਜਣ ਜੀ ਰਾਮ ਉਪਾਇਆ ਰਾਮ। ਸੋਹਣੇ ਪ੍ਰਭੂ ਨੂੰ ਸੋਹਣੇ ਰਾਮ ਨੇ, ਪਰਮਾਤਮਾ ਨੇ ਇਹ ਤੈਨੂੰ ਦੇਹੀ ਘੋੜੀ ਦਿੱਤੀ ਹੈ, ਇਸ ਲਈ ਸਫ਼ਰ ਕਰ। ਉਂਝ ਗੁਰਬਾਣੀ ਨੇ ਇਹ ਵੀ ਸਪਸ਼ਟ ਕੀਤਾ, ਦੇਹੀ ਦਾ ਹਾਲ ਤਾਂ ਮੰਦਾ ਹੀ ਕਰਦੇ ਆ ਸਾਰੇ। ਕੋਈ ਬੰਦਾ ਇਹਨੂੰ ਇੰਨਾ ਕੁ ਸਾਧਨਾ ਦੇ ਤੌਰ ਤੇ ਪਰਮਾਰਥ ਦੇ ਨਾਂ ਤੇ ਇੰਨਾ ਕੁ ਧੱਕਾ ਇਹਦੇ ਨਾਲ ਕਰਦਾ ਹੈ, ਮੈਂ ਕਹਿੰਦਾ ਤਸੀਹੇ ਦਿੰਦਾ ਜੀ ਬੰਦਾ। ਕੋਈ ਪੁੱਠਾ ਲਟਕੇ ਹੈ, ਕੋਈ ਬਾਂਹ ਉੱਤੇ ਖੜੀ ਕਰੀ ਬੈਠਾ ਹੈ, ਕੋਈ ਲੱਤ ਚੁੱਕੀ ਬੈਠਾ ਹੈ, ਇੱਕ ਲੱਤ ਤੇ ਖਲੋਤੇ ਨੇ, ਕੋਈ ਅੱਗ ਦੇ ਵਿੱਚ ਬੈਠਾ ਹੈ, ਕੋਈ ਪਾਣੀ ਵਿੱਚ ਬੈਠਾ ਹੈ, ਕੋਈ ਕਹਿੰਦਾ ਮੈਂ ਰੋਟੀ ਕੋਈ ਨਹੀਂ ਖਾਂਦਾ, ਕੋਈ ਕਹਿੰਦਾ ਮੈਂ ਦੁੱਧ ਨਹੀਂ ਪੀਂਦਾ। ਬਾਬਾ ਜੀ ਕਹਿੰਦੇ ਨੇ ਇਹ ਕੀ ਕਰਦੇ ਪਏ ਹੋਏ। ਵੇਖੋ ਦੇਹੀ ਇੱਕ ਸਾਜ਼ ਹੈ, ਨਾ ਇਹਨੂੰ ਕੱਸੀਏ ਤੇ ਨਾ ਇਹਨੂੰ ਢਿੱਲਾ ਛੱਡੀਏ। ਮਹਾਤਮਾ ਬੁੱਧ ਦੇ ਜੀਵਨ ਸੀ ਕਿ ਨੱਚਣ ਵਾਲੀ ਜਾ ਰਹੀ ਸੀ। ਮੈਂ ਸਿਰਫ ਇੱਕ ਉਦਾਹਰਨ ਦੇ ਤੌਰ ਤੇ ਲਿਆ ਜੇ ਪਿਆਰਿਓ, ਆਪਣੇ ਢੰਗ ਨਾਲ ਜੱਜਮੈਂਟ ਕਰਕੇ ਅਰਥ ਨਾ ਕੱਢਿਓ। ਤੇ ਉਹ ਬੈਠੇ ਸਨ ਤੇ ਉਹ ਲੰਘਦੀ ਹੋਈ ਉੱਚੀ ਆਵਾਜ਼ 'ਚ ਕਹਿੰਦੀ ਏ ਕਿ ਨਾ ਤਾਰ ਕੱਸ ਕੇ ਵਜਾਇਆ ਕਰ, ਨਾ ਢਿੱਲੀ ਛੱਡਿਆ ਕਰ। ਜੇ ਕੱਸ ਕੇ ਵਜਾਨਾ, ਤੇਜ਼ੀ ਨਾਲ ਵਜਾਨਾ, ਮੇਰਾ ਜਿਸਮ ਇੰਨਾ ਝਾਲ ਨਹੀਂ ਚੱਲਦਾ। ਤਾਰ ਕੱਸੇਗਾ ਤੇ ਟੁੱਟ ਜਾਏਗੀ, ਢਿੱਲੀ ਛੱਡੇਗਾ ਤੇ ਸੰਗੀਤ ਦੀ ਮੌਤ ਹੋ ਜਾਏਗੀ। ਪਿਆਰਿਓ ਇਹ ਜਿਸਮ ਵੀ ਇੱਕ ਸਾਜ਼ ਦੀ ਤਰ੍ਹਾਂ ਹੈ।
ਜੇ ਨੂੰ ਤਸੀਹੇ ਦਿੰਦੇ ਰਹੇ ਪਰਮਾਰਥ। ਇਸ ਕਰਕੇ ਗੁਰਮਤ ਨੇ ਇਹੋ ਜਿਹੇ ਤਸੀਹੇ ਦੇਣੇ, ਜਿਵੇਂ ਮੈਂ ਅਰਜ਼ ਕੀਤੀ, ਪੁੱਠੇ ਲਟਕਣਾ ਜਾਂ ਜਲ ਧਾਰੇ ਕਰੀ ਜਾਣੇ, ਜਿਸਮ ਨੂੰ ਦੁੱਖ ਦੇਈ ਜਾਣਾ। ਗੁਰਮਤ ਨੇ ਕਿਤੇ ਥਾਂ ਨਹੀਂ ਦਿੱਤਾ। ਗੁਰਮਤ ਨੇ ਤੇ ਇੱਕੋ ਗੱਲ ਕਹੀਏ, ਪਿਆਰਿਆ ਤੂੰ ਆਪਣੇ ਮਨ ਨੂੰ ਕਾਬੂ ਕਰ। ਜਿਵੇਂ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੁੰਦਾ, ਤਨ ਤਪੈ ਤਨੂਰ ਜਿਉ, ਫਰੀਦ ਸਾਹਿਬ ਦਾ ਹੈ, ਬਾਲਣ ਖੱਡ ਬਲਨ। ਸਰੀਰ ਇਸ ਤਰ੍ਹਾਂ ਤਪਾ ਦਿਆਂ ਜਿਵੇਂ ਤੰਦੂਰ ਰੋਟੀਆਂ ਵਾਲਾ ਤਪਾਈਦਾ ਹੈ। ਇਹਦੇ ਵਿੱਚ ਹੱਡੀਆਂ ਦਾ ਬਾਲਣ ਪਾ ਦਿਆਂ। ਤਨ ਤਪੈ ਤਨੂਰ ਜਿਉ, ਬਾਲਣ ਖੱਡ ਬਲਨ। ਪੈਰੀ ਥੱਕਾਂ ਸਿਰ ਜੁਲਾਂ, ਜੇ ਪੈਰਾਂ ਨਾਲ ਥੱਕ ਜਾਵਾਂ ਤੇ ਸਿਰ ਪਰਨੇ ਹੋ ਕੇ ਚੱਲਾਂ। ਜੇ ਮੂੰ ਪਿਰੀ ਮਿਲਨ। ਅੱਗੇ ਪਤਾ ਮਹਾਰਾਜ ਨੇ ਕੀ ਉੱਤਰ ਦਿੱਤਾ ਜੀ। ਗੁਰੂ ਸਾਹਿਬ ਕਹਿੰਦੇ ਆ, ਤਨ ਨਾ ਤਪਾਏ ਤਨੂਰ ਜਿਉ। ਇਸ ਦੀਆਂ ਤਾਰਾਂ ਕੱਸ ਨਾ ਕਿਤੇ ਸੰਗੀਤ ਹੀ ਨਾ ਮਰ ਜਾਏ, ਢਿੱਲੀਆਂ ਵੀ ਨਾ ਛੱਡੀ, ਕੱਸੀ ਨਾ ਟੁੱਟ ਨਾ ਜਾਏ, ਢਿੱਲਾ ਨਾ ਛੱਡੀ ਕਿਤੇ ਵਿੱਚੋਂ ਸੋਰੀ ਨਾ ਨਿਕਲੇ। ਤਨ ਨਾ ਤਪਾਏ ਤਨੂਰ ਜਿਉ, ਬਾਲਣ ਖੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਨਿਖਾਲ ਸੰਭਾਲ। ਇਹ 2 ਵਾਰੀ ਸ਼ਲੋਕ ਹੁੰਦਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਇਹ ਜਿਸਮ ਮਿਲਿਆ ਹੈ, ਨਾ ਤਾਂ ਇਹਨੂੰ ਤਸੀਹੇ ਦੇ ਤੇ ਨਾ ਇਹਨੂੰ ਆਲਸੀ ਬਣਾ। ਤੂੰ ਇਸ ਦੇਹੀ ਨੂੰ ਪਾਲ, ਤੇ ਪਾਲ ਇਸ ਕਰਕੇ ਵੀ ਪ੍ਰਮਾਤਮਾ ਦੀ ਇਬਾਦਤ ਲਈ। ਜਿਵੇਂ ਅਸੀਂ ਸਤਿਗੁਰੂ ਦਾ ਬਚਨ ਪੜ੍ਹਦੇ ਹਾਂ, ਉਦਮ ਕਰੇਂਦਿਆ ਜੀਓ ਤੂੰ ਕਮਾਵਦਿਆ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਿਰ ਇਹਨੇ ਬਿਨਸਨਾ ਛਿੰਨ ਵਿੱਚ ਕੀ ਕਰੀਏ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਸੱਜਣਾ ਨੇ ਦੇਹੀ ਲੈ ਕੇ ਹਰੀ ਦਾ ਯਸ ਗਾਇਆ। ਮਹਾਰਾਜ ਦੇ ਬਚਨ ਨੇ, ਜੇ ਪ੍ਰਾਨੀ ਹਰ ਜਸ ਕਹਿਓ। ਜਿਨ੍ਹਾਂ ਪ੍ਰਾਣੀਆਂ ਨੇ ਹਰੀ ਦਾ ਜਸ, ਪਰਮਾਤਮਾ ਦਾ ਜਸ ਕਿਹਾ, ਨਾਨਕ ਤੇ ਜਗ ਜੀਤ। ਉਹਨਾਂ ਬੰਦਿਆਂ ਨੇ ਇਸ ਜਗਤ ਨੂੰ ਜਿੱਤ ਲਿਆ ਜਿਨ੍ਹਾਂ ਨੇ ਹਰੀ ਜਸ ਗਾਇਆ। ਇਸੇ ਕਰਕੇ ਸਤਿਗੁਰਾਂ ਨੇ, ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਸਾਧੋ ਗੋਬਿੰਦ ਕੇ ਗੁਣ ਗਾਓ। ਭਲੇ ਪੁਰਸ਼ੋ ਗੋਬਿੰਦ ਦੇ ਗੁਣ ਗਾਓ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਇਹਨੂੰ ਵਿਅਰਥ ਕਿਉਂ ਗਵਾਉਂਦੇ ਹੋ। ਇਸੇ ਨੂੰ ਗੁਰੂ ਜੀ ਨੇ ਪਿਛਲੇ ਦਿਨਾਂ 'ਚ ਕਿਹਾ, ਜੇਵਾ ਗੁਣ ਗੋਬਿੰਦ ਭਜੋ, ਜੇ ਪ੍ਰਾਨੀ ਖਰ ਜਸ ਕਹਿਓ। ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਖਰ ਨਾਮ। ਕਉ ਨਾਨਕ ਸੁਣ ਰੇ ਮਨਾ, ਪਰੈ ਨ ਜਮ ਕੈ ਧਾਮ। ਰੇ ਮਨ ਰਾਮ ਸਿਉ ਕਰ ਪ੍ਰੀਤ, ਜੇ ਪ੍ਰਾਨੀ ਖਰ ਜਸ ਕਹਿਓ। ਜਿਹਨੇ ਉਹਦਾ ਯਸ ਕੀਤਾ, ਉਹ ਕੀਰਤਨ ਰੂਪ ਵਿੱਚ ਕੀਤਾ, ਉਹਨੇ ਮੰਨ ਲਓ ਸ਼ਬਦ ਰੂਪ ਵਿੱਚ ਕੀਤਾ, ਕਥਾ ਰੂਪ ਵਿੱਚ ਕੀਤਾ। ਜਿਨ੍ਹਾਂ ਨੇ ਪ੍ਰਮਾਤਮਾ ਦਾ ਯਸ ਕੀਤਾ, ਉਹ ਜਗਤ ਜਿੱਤੇ। ਹਜ਼ੂਰ ਨੇ ਕਿਹਾ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਮਹਾਰਾਜ ਕਹਿੰਦੇ, ਜਿਨ੍ਹਾਂ ਇਨਸਾਨਾਂ ਨੇ ਦੇਹੀ ਲੈ ਕੇ ਪਰਮਾਤਮਾ ਦੇ ਯਸ ਨੂੰ ਗਾਇਆ, ਸਰੀਰ ਤਾਂ ਵੀ ਬਿਨਸਨੇ ਨੇ। ਇਹ ਨਹੀਂ ਵੀ ਜਿਹੜਾ ਯਸ ਕਰਦਾ ਉਹਨੂੰ ਛਿੰਨ ਚ ਨਹੀਂ ਲੱਗਣਾ। ਸਰੀਰ ਉਹਦਾ ਵੀ ਛਿੰਸ ਬਿਨਸੇਗਾ, ਦੇਹੀ ਉਹਦੀ ਵੀ ਜਾਣੀ ਹੈ। ਪਰ ਜੋ ਕੁਝ ਉਹ ਆਪਣੇ ਨਾਲ ਲੈ ਚੱਲਿਆ, ਉਹ ਹੰਕਾਰੀ ਪੁਰਸ਼ ਜਿਹੜਾ, ਉਹਨੂੰ ਨਸੀਬ ਨਹੀਂ ਹੋਇਆ। ਹੋਰ ਬੇਨਤੀ, ਇੱਕ ਦਿਨ ਅਰਜ਼ ਕੀਤੀ ਸੀ ਕਿ ਦੁਨੀਆ 'ਚ ਕੋਈ ਬੰਦਾ ਜਿਸ ਦਿਨ ਦੀ ਸ੍ਰਿਸ਼ਟੀ ਰਚੀ ਹੈ, ਇੱਥੋਂ ਕੂਚ ਕਰਦਿਆਂ ਕੋਈ ਖਾਲੀ ਨਹੀਂ ਗਿਆ ਅੱਜ ਤੱਕ। ਆਪਾਂ ਕਹਾਂਗੇ ਵੀ ਰੋਜ਼ ਤਾਂ ਕਥਾ ਕਰ ਰਹੇ ਵੀ ਕੁਛ ਨਾਲ ਨਹੀਂ ਜਾਣਾ, ਹੁਣੇ ਕਿਹਾ ਵੀ ਇਹ ਦੇਹ ਬਿਨਸ ਜਾਣੀ। ਫਿਰ ਮੈਂ ਅਰਜ਼ ਕਰਾਂ ਕਿ ਦੁਨੀਆ ਵਿੱਚ ਇਹ ਕਿਹਾ ਜਾਂਦਾ, ਖਾਲੀ ਆਇਆ ਖਾਲੀ ਗਿਆ, ਨਾਂਗੇ ਆਵਨ ਨਾਂਗੇ ਜਾਣਾ। ਪਰ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕੀਤੇ ਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਜਿਸਮਾਨੀ ਤੌਰ ਤੇ ਜਿਸਮ ਨਾਲ ਨਹੀਂ ਜਾਣਾ, ਬਸਤਰ ਨਾਲ ਨਹੀਂ ਜਾਣੇ, ਪੈਸੇ ਨਾਲ ਨਹੀਂ ਜਾਣੇ, ਪਰਿਵਾਰ ਨਾਲ ਨਹੀਂ ਜਾਣਾ। ਪਰ ਯਾਦ ਰੱਖੀ, ਗੁਣ ਜਾਂ ਔਗਣ ਦੋਨਾਂ ਵਿੱਚੋਂ ਇੱਕ ਤੇਰੇ ਨਾਲ ਜ਼ਰੂਰ ਚੱਲੇਗਾ। ਜੇ ਔਗਣ ਇਕੱਠੇ ਕੀਤੇ ਨੇ, ਉਹ ਗੁਰੂ ਸਾਹਿਬ ਜੀ ਦਾ ਬਚਨ ਹੈ ਕਿ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਕੀ ਔਗਣ ਅੱਗੇ ਨਾਲ ਨਹੀਂ ਜਾ ਰਹੇ? ਜੇ ਇਹ ਜਿਸਮ ਹੈ, ਜੇ ਸੇਵਾ ਕਰਦਾ ਬੰਦਾ, ਕਿਉਂਕਿ ਅੱਜ ਕੱਲ੍ਹ ਤਾਂ ਕਿਹਾ ਜਾਂਦਾ ਨਹੀਂ ਜੀ ਇਹ ਕਾਹਦੀ ਜੀ ਸੇਵਾ ਜੀ। ਤੇ ਇਹ ਗੱਲ ਯਾਦ ਰੱਖਿਓ,
जिस बंदे दे सीने विच गुरबाणी प्रति दर्द नहीं ना, उन्होंने कुछ भी पाउंदा नहीं। जिहदे अंदर खिच है। मैं अज सवेरे मंजी साहब एक बेनती करके आया। मैं अर्ज की सत्ता बलवंड जी जदों चले गए कि उन्होंने कीर्तन भुल गया सी जी, राग उन्होंने चेते ने, रबाब उन्होंने वजाणी आउंदी, दोनों भरा सुर वो जानते ने, अलाप वो जानते ने, पर रस क्यों नहीं रहा? फिक्के क्यों पै गए? शब्द वही ने, आसा दीवार ओवे, वो जिहड़ी बाणी पढ़ते ने वही सी। प्यारिओ, जबानी तौर ते, जिसमानी तौर ते, गले दे तौर ते बाणी पढ़ रहे आ, पर धुर अंदरों जिहड़ी रहमत वरदी सी, मैं सवेरे क्या उत्थे कट लग गया है। जिवें एक पक्या होया अंब, टाणी नाल जुड़िया अंब, जे वो टाणी नाल चमड़ी दे तौर ते जां इह शब्द वरता छिल्लड़ दे तौर ते भी जुड़िया होवे ते छिल्लड़ तो अगे अंदरों भी जुड़िया होवे। इस बेनती नूं फिर सुनियो। अंब बूर पैंदा वैसाख विच, अजकल तो चलो पग है, तो उदों बाद हनेरियां चलदियां ने। कई अंबियां ऐसियां ने बूर तो बाद छोटे छोटे फल, तेज़ हवा चलदी है, वो इन्ना झटका वजदा अंदरों टुट जाते आ, पर छिलके दे तौर ते जुड़े रहिंदे आ। ते इन्हां दिनां जदों माली अंब तोड़ के लिआउंदा है ते वो करदा की है, जिहड़े पक्के ने उन्हां नूं तोड़ के ले आउंदा, उसे टाणी ते एक वो भी लगा है जिहदा रंग भी सुनहरी नहीं होया, पीला नहीं होया, काले रंग दा ते पत्थर वर्गा पक्का पीडा कठोर। ते जे पुछिए माली नूं छिल्लड़ करके तां टाणी नाल तां दोनों जुड़े सन, वो कहंदा नहीं फर्क है। कहंदा आ जिहड़ा काला पै गया ना, पत्थर बन गया, जिहड़ा कठोर बन गया, जिहदे च रस नहीं, कहंदा ये छिल्लड़ दे तौर ते सिर्फ टाणी नाल जुड़िया है, अंदरों उदन टुट गया सी जिदन झटका वज्जा झखड़ दा, खनेरी दा। कहंदा जिहड़ा अंदरों भी जुड़िया फल ते अंदर नाल जुड़े होए दा संबंध जड़ नाल है। टाणी जरूर है, टाण जरूर है, तना जरूर है, पर वो जड़ां ने, जड़ां दा संबंध मिट्टी नाल, मिट्टी दा संबंध पानी नाल। ये सब कुछ ये जो भरिया पै रस वो धुर अंदर तो जुड़े ने। बस आई धर्म की गल है प्यारिओ। मेरे वर्गे, मैं अपनी गल करा, वो ने जिहड़े बाहरों छिल्लड़ दे तौर ते जुड़े आ, पर सुरत करके बंदा अंदरों टुट जाता है। जदों सुरत करके टुटा होवे ते ब्रेन करके जुड़िया होवे। मैं फिर अर्ज कर लगा, दिमागी तौर ते शब्द चेते, कीर्तन चेते, ख्याल चेते, पर सुरत अंदरों टुट चुकी। कई बार उसकी गल करदियां भी सुरत नहीं टिकती। महाराज कहते ने जेड़े अंब दा फल छिल्लड़ करके भी ते छिल्लड़ तो थले अंदरूनी तौर ते भी जुड़िया है, वो पक्या होया मालक दे घर जांदा है, ते जिहड़ा अंदरों टुट जांदा छिल्लड़ करके जुड़िया रहिंदा प्यारिओ, वो काला ते पत्थर बन जांदा। बाबा जी ने क्या बाणी च, कबीर फल लागे फलन, पाकण लागे आंब, जाए पहुँचे खसम के, जो बीच ना खाही काम। जेड़ा बंदा हर जस कहेगा, महाराज कहते जे प्राणी हर जस गए, नानक ते जग जीत, उन्हें जगत जित लिया। ये बड़े मन च हुंदा भी जगत किवें जित लिया, फिर वो प्राइम मिनिस्टर बन गया, वो सारे प्लैनेट ते काबज हो गया। जगत की है? बारमुखी तां जगत आ सब कुछ है। उंज अध्यात्मकवादी कहंदे आ जगत सिर्फ एक फुरना है, फुरना शांत हो गया तो जगत शांत हो गया। इसे करके बाबा जी ने क्या, आई पंथी सगल जमाती, मन जीतै जग जीत, नानक ते जग जीत। हर यस कर करके उन्हां मन जित लिया। ते प्यारे, जिन्हें मन जित लिया उन्हें तो जग जित लिया। मन दा हारिया होया जगत तो हारदा है, मन दा जित्या होया। एक महापुरुष कहंदे सन, अगर चाहूँ तो यक लखत उड़ा दूँ जे तरह तरह की दुनिया। अक्सर वो कहंदे सन, मैं चाहां ये तरह तरह की दुनिया खत्म कर दें। जे पुछना जी की, कहना संसार तो एक फुरना है, फुरना शांत हुआ तो दुनिया खत्म हो गई।
ਮੇਰਾ ਗੁਰੂ ਕਹਿੰਦਾ ਜਿਨ੍ਹਾਂ ਹਰ ਜਸ ਕੀਤਾ ਉਹਨਾਂ ਨੇ ਜਗਤ ਨੂੰ ਜਿੱਤ ਲਿਆ। ਆਪਣੀਆਂ ਖਵਾਇਸ਼ਾਂ ਨੂੰ ਜਿੱਤਣ ਵਾਲੇ ਜਗਤ ਨੂੰ ਜਿੱਤ ਗਏ। ਜਿਹੜਾ ਖਵਾਇਸ਼ ਤੋਂ ਹਾਰ ਗਿਆ ਜਾਂ ਸ਼ਬਦ ਵਰਤਾ ਆਪਣੀ ਕਾਮਨਾ ਤੋਂ ਹਾਰ ਗਿਆ, ਵਾਸ਼ਨਾ ਤੋਂ ਹਾਰ ਗਿਆ, ਉਹ ਮੁਥਾਜ ਹੋ ਜਾਂਦਾ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੇ ਆ।